एक पासे सरकार है ਜਿਹੜੇ बिल रद्द करन ਨੂੰ ਤਿਆਰ नहीं है, तो दूजे पासे किसान वीर ने कि ਜਿਹੜੇ इस धरने उत्ते बैठे ने कि वो ये बिल ਨੂੰ रद्द करवा के ही जाणगे। ਲੋਕਾਂ ਦੀ ਗੱਲ ਸੁਣੇ ਤੇ ਲੋਕ ਜਦੋਂ ਸੜਕਾਂ ਤੇ ਆ ਜਾਣ ਫਿਰ ਵੱਡੀਆਂ ਕ੍ਰਾਂਤੀਆਂ ਹੁੰਦੀਆਂ ਨੇ, ਇਸ ਕ੍ਰਾਂਤੀ ਵੱਲ ਨਾ ਜਾਵੇ। ਕਿਸਾਨਾਂ ਦੇ ਲਈ ਜਿਹੜੇ ਹੁਣ ਬਿੱਲ ਬਣਾਏ ਗਏ ਨੇ ਕਿਤੇ ਨਾ ਕਿਤੇ ਉਹਨਾਂ ਦੇ ਫਾਇਦੇ ਦੱਸਦੇ ਹੋਏ ਦੱਸਿਆ ਕਿ 2022 ਦੇ ਵਿੱਚ ਉਹਨਾਂ ਲਈ ਵੇ ਆਫ ਇਨਕਮ ਹੋਏਗਾ ਕਿ ਉਹਨਾਂ ਦੀ ਇਨਕਮ ਦੁੱਗਣੀ ਹੋਏਗੀ ਇਸ ਨਾਲ। ਤੋਤਾ ਚਸਮ ਜਿਵੇਂ ਹੁੰਦਾ ਨਾ, ਜਿਵੇਂ ਉਹ ਗੰਗਾਰਾਮ ਬੋਲ ਗੰਗਾਰਾਮ ਹਾਂ ਰਾਮ ਰਾਮ, ਬਸ ਉੱਦਾਂ ਹੀ ਉਹ ਬੋਲ ਰਹੇ ਆ। ਉਹਨਾਂ ਦਾ ਆਪਣਾ ਕੋਈ ਅਸਤਿਤਵ ਨਹੀਂ ਹੁੰਦਾ ਵੀ ਨਹੀਂ। ਨਰਿੰਦਰ ਤੋਮਰ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਯੂਪੀ ਦੇ ਕਿਸਾਨ ਯੂਨੀਅਨ ਉਹਨਾਂ ਵਿੱਚੋਂ ਕੁਝ ਉਹਨਾਂ ਨਾਲ ਸਹਿਮਤ ਨੇ ਕਿ ਜਿਹੜੇ ਬਿੱਲ ਨੇ ਕਿਸੇ ਹੱਦ ਤੱਕ ਚੰਗੇ ਨੇ। ਉੱਥੇ ਦਾ ਯੂਪੀ ਵਿੱਚ ਤਾਂ ਉੱਥੇ ਜਿਹੜਾ ਕਿ ਰੇਪ ਕਾਂਡ ਹੋਇਆ ਸੀਗਾ, ਉਹ ਰੇਪ ਕਾਂਡ ਦੇ ਵਿੱਚ ਮੰਤਰੀ ਆਖੀ ਜਾਂਦੇ ਸੀਗੇ ਜੀ ਇਹ ਜਿਹੜੇ ਕੁੜੀਆਂ ਬਚਾਉਣ ਆਪਣੇ ਆਪ ਨੂੰ, ਮੁੰਡੇ ਤਾਂ ਹੀ ਫਿਰਦੇ ਹੁੰਦੇ ਆ। ਇਹ ਮੋਦੀ ਜੀ ਨੂੰ ਇਹਦਾ ਕੋਈ ਫਿਕਰ ਨਹੀਂ ਕਿ ਮੇਰੇ ਦੇਸ਼ ਦੇ ਵਿੱਚ ਘਾਟਾ ਪੈ ਰਿਹਾ ਲੋਕਾਂ ਨੂੰ, ਮੇਰੇ ਦੇਸ਼ ਦੀ ਜਿਹੜੀ ਕਿ ਇਕਨੋਮੀ ਆ ਹੇਠਾਂ ਆ ਰਹੀ ਆ। ਮੋਦੀ ਜੀ ਸਿਰਫ ਇਹ ਸੋਚ ਰਹੇ ਆ ਕਿ ਮੈਂ ਆਪਣੇ ਦੋਸਤਾਂ ਵਪਾਰੀਆਂ ਅਡਾਨੀਆਂ ਅਬਾਨੀਆਂ ਦਾ ਪੱਖ ਕਿਵੇਂ ਕਰਾਂ। ਕੇਜਰੀਵਾਲ ਦੇ ਬਿੱਲ ਫਾੜਨ ਨਾਲ ਕੀ ਫਰਕ ਪੈਣ ਲੱਗਿਆ ਜੀ? ਕਿਹੜਾ ਕੋਈ ਉੱਥੇ ਬਿੱਲ ਵਾਪਸ ਹੋ ਜਾਣਗੇ? ਬਿੱਲ ਵਾਪਸ ਨਹੀਂ ਹੁੰਦੇ, ਇਹ ਸੱਚ ਹੈ। ਸਤਿ ਸ਼੍ਰੀ ਅਕਾਲ। ਅਣਖ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੇਰਨਾ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਮੁੱਦੇ ਤੇ ਕਿਸਾਨੀ ਧਰਨਿਆਂ ਬਾਰੇ, ਜਿਹੜੇ ਕਿ ਦਿੱਲੀ ਮੋਰਚੇ ਤੋਂ ਜਿਹੜਾ 25 ਦਿਨ ਤੋਂ ਇਹ ਧਰਨਾ ਚੱਲਦਾ ਆ ਰਿਹਾ ਹੈ। ਇਸ ਮੁੱਦੇ ਤੇ ਗੱਲ ਕਰਨ ਲਈ, ਇਸ ਧਰਨਿਆਂ ਬਾਰੇ ਗੱਲ ਕਰਨ ਲਈ, ਸੰਘਰਸ਼ ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਪ੍ਰਸਿੱਧ ਪੱਤਰਕਾਰ ਅਤੇ ਕਿਤਾਬਾਂ ਦੇ ਲਿਖਣ ਵਾਲੇ ਲੇਖਕ। ਸਵਾਗਤ ਕਰਦੇ ਹਾਂ ਉਹਨਾਂ ਦਾ, ਗੁਰਨਾਮ ਸਿੰਘ ਅਖਿੱਦਾ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰੇਰਨਾ ਜੀ, ਧੰਨਵਾਦ, ਤੁਹਾਡਾ ਸ਼ੁਕਰੀਆ। ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਪਿਛਲੇ 25 ਦਿਨਾਂ ਤੋਂ ਉਸ ਤੋਂ ਵੱਧ ਹੀ ਸਮਾਂ ਹੋ ਗਿਆ ਦਿੱਲੀ ਵਿਖੇ ਜਿਹੜਾ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਜਿਹੜੇ ਰਾਜਸਥਾਨ ਯੂਪੀ ਦੇ ਬਾਰਡਰ ਵੀ ਸੀਲ ਕਰ ਦਿੱਤੇ ਗਏ ਨੇ। ਇੱਕ ਪਾਸੇ ਸਰਕਾਰ ਹੈ ਜਿਹੜੇ ਬਿੱਲ ਰੱਦ ਕਰਨ ਨੂੰ ਤਿਆਰ ਨਹੀਂ ਹੈ, ਤੇ ਦੂਜੇ ਪਾਸੇ ਕਿਸਾਨ ਵੀਰ ਨੇ ਕਿ ਜਿਹੜੇ ਇਸ ਧਰਨੇ ਉੱਤੇ ਬੈਠੇ ਨੇ ਕਿ ਉਹ ਇਹ ਬਿੱਲ ਨੂੰ ਰੱਦ ਕਰਵਾ ਕੇ ਹੀ ਜਾਣਗੇ। ਮਤਲਬ ਦੋਨੋਂ ਧਿਰਾਂ ਵਿੱਚ ਬਰਾਬਰ ਦੀ ਟੱਕਰ ਛਿੜੀ ਹੋਈ ਹੈ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਇਹ ਪ੍ਰੇਰਨਾ ਅਸਲ ਵਿੱਚ ਜਦੋਂ ਨਾ ਕੋਈ ਸ਼ਾਸਕ ਜਿਹੜਾ ਹੁੰਦਾ ਨਾ, ਕੋਈ ਰਾਜਾ ਹੁੰਦਾ ਕੋਈ, ਉਹ ਜਦੋਂ ਵੀ ਆਪਣੀ ਮਨਾਉਣਾ ਹੀ ਚਾਹੁੰਦਾ ਨਾ, ਉਹ ਲੋਕਾਂ ਦੇ ਨਾਲ ਇੱਦਾਂ ਹੀ ਕਰਦਾ ਹੁੰਦਾ। ਇਹ ਅਸਲ 'ਚ ਡਿਕਟੇਟਰਸ਼ਿਪ ਦਾ ਕੰਮ ਹੁੰਦਾ, ਨਾ ਕਿ ਇਹ ਕੋਈ ਡੈਮੋਕ੍ਰੈਟਿਕ ਤਰੀਕੇ ਨਾਲ ਹੁੰਦਾ। ਜਿਹੜਾ ਇਹ ਮੋਦੀ ਜੀ ਸਾਡੇ ਹੈਗੇ ਆ ਪ੍ਰਧਾਨ ਮੰਤਰੀ, ਸਾਡੇ ਸਟੇਟ ਦੇ, ਸਾਡੇ ਭਾਰਤ ਦੇ ਜਿਹੜੇ ਬਹੁਤ ਵੱਡਾ ਅਹੁਦਾ ਹੁੰਦਾ ਹੈ ਪ੍ਰਧਾਨ ਮੰਤਰੀ ਦਾ। ਅਸੀਂ ਲੋਕਾਂ ਨੇ ਚੁਣ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ, ਅਤੇ ਉਹਨਾਂ ਦਾ ਫਰਜ਼ ਬਣਦਾ ਕਿ ਲੋਕਾਂ ਦੇ ਪੱਖ ਵਿੱਚ ਉਹ ਕੰਮ ਕਰੇ, ਲੋਕਾਂ ਦੀ ਗੱਲ ਸੁਣੇ, ਤੇ ਲੋਕ ਜਦੋਂ ਸੜਕਾਂ 'ਤੇ ਆ ਜਾਣ ਫਿਰ ਉਹ ਵੱਡੀਆਂ ਕ੍ਰਾਂਤੀਆਂ ਹੁੰਦੀਆਂ ਨੇ, ਇਸ ਕ੍ਰਾਂਤੀ ਵੱਲ ਨਾ ਜਾਵੇ। ਦੇਸ਼ ਜਿਹੜਾ ਹੈਗਾ, ਮੁਲਕ ਹੈਗਾ, ਅੱਜ ਆਰਥਿਕ ਮੰਦੀ ਵਿੱਚ ਨੂੰ ਗੁਜ਼ਰਿਆ। GDP ਅਸੀਂ ਬਹੁਤ ਹੇਠਾਂ ਆ ਗਏ ਹਾਂ। ਮੋਦੀ ਜੀ ਪਹਿਲਾਂ ਕਈ ਮੁੱਦਿਆਂ 'ਤੇ ਫੇਲ ਹੋ ਚੁੱਕੇ ਆ। ਪਹਿਲਾਂ ਨੋਟਬੰਦੀ 'ਚ ਫੇਲ ਹੋਏ, GST 'ਚ ਫੇਲ ਹੋਏ। ਉਹਨਾਂ ਨੇ ਵੱਖ-ਵੱਖ ਥਾਵਾਂ 'ਤੇ ਜੋ ਵੀ ਕੰਮ ਕੀਤੇ ਆ ਲੋਕਾਂ ਦੇ ਉੱਪਰ ਥੋਪੇ ਆ। ਧਾਰਾ 370 ਤੋਂ ਲੈ ਕੇ ਤੁਸੀਂ ਲੈ ਲਓ ਵੀ CAA ਹੋ ਗਿਆ, NRC ਹੋ ਗਿਆ, ਲੋਕਾਂ ਨੇ ਵੱਡੇ ਵਿਰੋਧ ਕੀਤੇ ਆ। ਜਦੋਂ ਲੋਕ ਵੱਡੇ ਵਿਰੋਧ ਵਿੱਚ ਆ ਜਾਣ ਨਾ, ਤਾਂ ਇਹਦਾ ਮਤਲਬ ਹੈਗਾ ਵੀ ਕਿਤੇ ਨਾ ਕਿਤੇ ਰਾਜਾ ਗਲਤ ਕੰਮ ਕਰ ਰਿਹਾ। ਅਸੀਂ ਡੈਮੋਕ੍ਰੈਟਿਕ ਮੁਲਕ ਦੇ ਵਾਸੀ ਹਾਂ, ਨਾ ਕਿ ਅਸੀਂ ਤਾਨਾਸ਼ਾਹ ਮੁਲਕ ਦੇ ਵਾਸੀ ਹਾਂ। ਲੋਕਾਂ ਦੀ ਗੱਲ, ਲੋਕ ਹੁਣ ਕਿਸਾਨ ਹੁਣ ਦਿੱਲੀ ਦੇ ਕਰੀਬ 14-15 ਜਿਹੜੇ ਕਿ ਘੇਰੀ ਬੈਠੇ ਆ ਬਾਰਡਰ, ਨਿੱਕੀ ਸੜਕਾਂ ਘੇਰੀ ਬੈਠੇ ਆ। ਉਹ ਬੜਾ ਪ੍ਰੋਬਲਮ ਆਈ ਪਈ ਆ। ਕਿਸਾਨ ਆਪਣੇ ਤਰੀਕੇ ਨਾਲ ਉੱਥੇ ਸੰਘਰਸ਼ ਕਰ ਰਹੇ ਆ, ਬੈਠੇ ਆ। ਡੇਲੀ ਤਕਰੀਰਾਂ ਹੁੰਦੀਆਂ ਨੇ, ਡੇਲੀ ਸਟੇਜ ਲੱਗਦਾ, ਅਤੇ ਉਹਨਾਂ ਸਟੇਜਾਂ ਉੱਪਰ ਇੱਦਾਂ ਲੱਗਦਾ ਵੀ ਜਿੱਦਾਂ ਨਾ ਜਿਹੜੇ ਕਿ ਕਿਸਾਨ ਹੈਗੇ ਆ ਉਹ ਆਪਣੇ ਹੱਕ ਲਈ ਨਹੀਂ, ਸਗੋਂ ਦੇਸ਼ ਲਈ ਲੜ ਰਹੇ ਆ। ਅਸਲ ਦੇਸ਼ ਵਿੱਚ ਜਦੋਂ ਨਾ ਇਸ ਤਰ੍ਹਾਂ ਦੀ ਅਸਥਿਰਤਾ ਫੈਲਦੀ ਆ, ਤਾਂ ਲੋਕ ਰੋਜ਼ ਜਦੋਂ ਜਾਗਦਾ, ਉਦੋਂ ਸਰਕਾਰਾਂ ਨੂੰ ਜਾਗਣਾ ਚਾਹੀਦਾ। ਸਰਕਾਰ ਨਹੀਂ ਜਾਗ ਰਹੀ, ਇਹਦਾ ਮਤਲਬ ਸਰਕਾਰ ਦੀ ਕਿਤੇ ਬਦਨੀਤੀ ਆ। ਬਿਲਕੁਲ ਜੀ। ਉੱਥੇ ਹੀ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਬਿਆਨ ਦਿੱਤੇ ਗਏ ਨੇ ਕਿ ਜਿਹੜਾ 2022 ਦੇ ਵਿੱਚ ਕਿਸਾਨਾਂ ਦੇ ਲਈ ਜਿਹੜੇ ਹੁਣ ਬਿੱਲ ਬਣਾਏ ਗਏ ਨੇ ਕਿਤੇ ਨਾ ਕਿਤੇ ਉਹਨਾਂ ਦੇ ਫਾਇਦੇ ਦੱਸਦੇ ਹੋਏ ਦੱਸਿਆ ਕਿ 2022 ਦੇ ਵਿੱਚ ਉਹਨਾਂ ਲਈ ਵੇ ਆਫ ਇਨਕਮ ਹੋਏਗਾ ਕਿ ਉਹਨਾਂ ਦੀ ਇਨਕਮ ਦੁੱਗਣੀ ਹੋਏਗੀ ਇਸ ਨਾਲ। ਅਸਲ ਵਿੱਚ ਪ੍ਰੇਰਨਾ, ਜਦੋਂ ਮੈਂ ਪਹਿਲਾਂ ਕਹਿ ਚੁੱਕਾ ਗੱਲ ਵੀ ਜਦੋਂ ਨਾ ਕੋਈ ਮਨ ਮਰਜ਼ੀ ਆਪਣੀ ਗੱਲ ਬਣਾਉਂਦਾ ਹੈ ਕੋਈ ਸ਼ਾਸਕ, ਤਾਂ ਆਪਣੇ ਤਰੀਕੇ ਨਾਲ ਦੱਸਦਾ ਹੁੰਦਾ ਗੱਲ। ਉਹ ਕਾਲੇ ਨੂੰ ਗੋਰਾ ਕਹਿ ਦਿੰਦਾ, ਗੋਰੇ ਨੂੰ ਕਾਲਾ ਕਹਿ ਦਿੰਦਾ। ਜਿਵੇਂ ਕਿ ਅਸੀਂ ਕਹਿਣਾ ਹੁੰਦਾ ਵੀ ਨਹੀਂ ਇਹ ਅਸੀਂ ਠੀਕ ਕਹਿ ਰਹੇ ਹਾਂ, ਲੋਕ ਨਹੀਂ ਠੀਕ ਹੈਗੇ, ਅਸੀਂ ਠੀਕ ਕਹਿ ਰਹੇ ਹਾਂ। ਜਿੱਦਾਂ ਕਿ ਕੋਈ ਨਾ ਜਿੱਦਾਂ ਕੋਈ ਵਿਅਕਤੀ ਜਾ ਰਿਹਾ ਸੀਗਾ, ਚੱਲਿਆ, ਜਿੱਦਾਂ ਉਹ ਆਖੀ ਜਾਂਦੇ ਸੀ ਕਿ ਵੀ ਇਹ ਜਿਹੜਾ ਜੀ ਤੁਸੀਂ ਕੁੱਤਾ ਤੁਸੀਂ ਲਈ ਜਾ ਰਹੇ ਹੋ, ਕੁੱਤਾ ਜੀ ਨਹੀਂ, ਇਹ ਤਾਂ ਆਪਣਾ ਬੱਕਰਾ ਹੈਗਾ, ਬੱਕਰਾ ਲਈ ਜਾ ਰਹੇ ਹੋ ਜੀ। ਅਗਲਾ ਕਹਿੰਦਾ ਨਹੀਂ ਕੁੱਤਾ ਜੀ ਤਾਂ ਜੀ।
ਉਹ ਕਹਿੰਦਾ ਨਹੀਂ ਜੀ ਕੁੱਤਾ ਨਹੀਂ ਬੱਕਰਾ ਜੀ, ਅਗਲਾ ਕਹਿੰਦਾ ਕੁੱਤਾ ਜੀ ਤਾਂ ਜੀ ਉਹ ਨਹੀਂ ਜੀ ਬੱਕਰਾ ਜੀ, ਅਗਲਾ ਕਹਿੰਦਾ ਕੁੱਤਾ ਜੀ, ਉਹ ਕੁੱਤਾ ਹੀ ਮੰਨ ਕੇ ਉਹਨੂੰ ਛੱਡ ਗਿਆ ਬੱਕਰੇ ਨੂੰ। ਤੇ ਕਹਿਣ ਦਾ ਭਾਵ ਜਦੋਂ ਸਰਕਾਰਾਂ ਆਪਣੇ ਤਰੀਕੇ ਮੁਤਾਬਕ ਲੋਕਾਂ ਦੇ ਉੱਪਰ ਕੁਝ ਥੋਪਦੀਆਂ ਨੇ, ਉਹਦੇ ਗੁਣ ਦੱਸਦੇ ਨੇ ਵੱਧ, ਜਿਵੇਂ ਕਿ ਉਹ ਤੋਮਰ ਜੀ ਕਹਿੰਦੇ ਆ ਇਹਨਾਂ ਦੀ ਜਿਹੜੀ ਆਮਦਨ ਆ ਵੱਧ ਹੋ ਜਾਏਗੀ, ਕਿਸਾਨੀ ਜਿਹੜਾ ਹੈਗਾ ਮੰਡੀ ਦੇ ਆਪਣੇ ਤਰੀਕੇ ਨਾਲ ਫਸਲ ਵੇਚੇਗਾ, ਕਿਸਾਨੀ ਜਿਹੜਾ ਹੈਗਾ ਆਪਣਾ ਮੁੱਲ ਲਏਗਾ, ਕਿਸਾਨ ਜਿਹੜਾ ਹੈਗਾ ਕਿਤੇ ਹੀ ਮੰਡੀ ਵਿੱਚ ਆ ਕੇ ਫਸਲ ਵੇਚ ਲਏਗਾ, ਕਿਸਾਨ ਜਿਹੜਾ ਹੈਗਾ ਜਿਹੜੇ ਕਿ ਵਿਚੋਲੀਏ ਹੈਗੇ ਆ ਵਿੱਚ ਵਿਚਾਲੇ ਬੈਠੇ ਆ ਜਿਹਨਾਂ ਨੂੰ ਕਿ ਆੜ੍ਹਤੀਏ ਕਹਿੰਦੇ ਆ, ਉਹ ਇਹਨਾਂ ਤੋਂ ਮੁਕਤ ਹੋ ਜਾਏਗਾ। ਇਹ ਅਸਲ ਤੋਮਰ ਹੋਣਾ ਦਾ ਉਸੇ ਤਰ੍ਹਾਂ ਦਾ ਬਿਆਨ ਹੈ ਜਿਵੇਂ ਤੋਤਾ ਹੁੰਦਾ ਨਾ, ਜਿਵੇਂ ਤੋਤੇ ਦਾ ਰਟਾਇਆ ਹੁੰਦਾ ਬੋਲ ਗੰਗਾ ਰਾਮ ਰਾਮ, ਉਹ ਰਾਮ ਰਾਮ ਹੀ ਕਹਿੰਦਾ। ਇੱਦਾਂ ਹੀ ਮੋਦੀ ਜੀ ਹੋਰਾਂ ਵੱਲੋਂ, ਅਮਿਤ ਸ਼ਾਹ ਹੋਰਾਂ ਵੱਲੋਂ ਜੋ ਤੋਮਰ ਜੀ ਨੂੰ ਕਿਹਾ ਹੋਇਆ, ਜਿੱਦਾਂ ਤੋਮਰ ਜੀ ਨੂੰ ਗੱਲ ਵੀ ਤੁਸੀਂ ਇਹੀ ਬੋਲਣਾ, ਬਾਰ-ਬਾਰ ਡੇਲੀ ਅਖਬਾਰਾਂ ਵਿੱਚ, ਡੇਲੀ ਟੀਵੀ ਵਿੱਚ ਇਹ ਵੀ ਬਿਆਨ ਆ ਰਿਹਾ ਕਿ ਬਿੱਲ ਬਹੁਤ ਵਧੀਆ ਹੈਗੇ ਨੇ। ਕੋਈ ਵੀ ਗੱਲ ਅਗਲੀ ਕਿਸਾਨਾਂ ਦੀ ਗੱਲ ਉਹ ਸੁਣਨ ਲਈ ਤਿਆਰ ਨਹੀਂ ਹੈਗੇ, ਕਿਉਂਕਿ ਉਹਨੂੰ ਰਟਾਇਆ ਇਹ ਗਿਆ ਕਿ ਬਿੱਲ ਬਹੁਤ ਵਧੀਆ ਕਹਿਣਾ, ਤੁਸੀਂ ਬਹੁਤ ਵਧੀਆ ਕਹਿਣਾ ਵੀ ਇਹ ਇੱਥੇ ਲਾਸਟ ਇਹ ਵੀ ਗੱਲ ਕਹਿਣੀ ਬਹੁਤ ਵਧੀਆ, ਮਤਲਬ ਵਧੀਆ ਵਧੀਆ ਗੱਲ ਕਹਿਣੀ ਆ, ਹੋਰ ਕੋਈ ਗੱਲ ਕਹਿਣੀ ਨਹੀਂ ਆਪਾਂ ਨੇ। ਸੋ ਤੋਮਰ ਜੀ ਉਹੀ ਗੱਲ ਕਰ, ਤੋਮਰ ਦੇ ਬੱਸ ਵਿੱਚ ਕੁਝ ਨਹੀਂ ਹੈਗਾ ਪ੍ਰੇਰਨਾ, ਬੱਸ ਵਿੱਚ ਹੈਗੇ ਆ ਸਾਡੇ ਪ੍ਰਧਾਨ ਮੰਤਰੀ ਜੀ ਮੋਦੀ ਜੀ। ਮੋਦੀ ਜੀ ਚੱਲ ਰਹੇ ਆ ਅਡਾਨੀ ਤੇ ਅਬਾਨੀ ਦੇ ਕਹਿਣ ਦੇ ਅਨੁਸਾਰ, ਇਹਨਾਂ ਲੋਕਾਂ ਦੇ ਕਹਿਣ ਮੁਤਾਬਕ ਇਹ ਬਿੱਲ ਬਣਾਏ ਗਏ ਆ, ਇਹ ਬਿੱਲ ਉਹਨਾਂ ਲੋਕਾਂ ਦੇ ਲਾਭ ਵਾਸਤੇ ਬਣਾਏ ਗਏ ਆ। ਅਸਲ 'ਚ ਇਹ ਤਾਂ ਦੇਖੇ ਨਾ ਕਿਸਾਨ ਦਾ ਕੀ ਬਣੇਗਾ, ਕਿਸਾਨ ਨੂੰ ਇਹ ਕਹਿੰਦੇ ਲਾਭ ਪਹੁੰਚਾਉਣਗੇ ਬਿੱਲ, ਕਿਸਾਨ ਕਹਿੰਦਾ ਸਾਨੂੰ ਲਾਭ ਦੀ ਲੋੜ ਨਹੀਂ ਹੈਗੀ, ਇਹ ਬਿੱਲ ਵਾਪਸ ਲੈ ਲਓ। ਜਿਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਬਿੱਲ ਦੇ ਨਾਲ, ਉਹ ਲੋਕ ਕਹਿੰਦੇ ਆ ਸਾਨੂੰ ਲੋੜ ਨਹੀਂ ਬਿੱਲਾਂ ਦੀ, ਸਾਡੇ ਉੱਤੇ ਬਿੱਲ ਨਾ ਥੋਪੋ। ਜਦੋਂ ਉਹ ਲੋਕ ਜਿਨ੍ਹਾਂ ਉੱਪਰ ਪ੍ਰਭਾਵ ਹੋਣਾ ਹੈ ਉਹ ਕਹਿ ਰਹੇ ਸਾਡੇ ਤੇ ਬਿੱਲ ਨਾ ਥੋਪੋ, ਜ਼ਬਰਦਸਤੀ ਕਿਸੇ ਉੱਪਰ ਤੁਸੀਂ ਕਿੱਦਾਂ ਕਰ ਸਕਦੇ ਹੋ? ਤਾਂ ਤੋਮਰ ਜੀ ਉਹ ਬੋਲੀ ਬੋਲ ਰਿਹਾ ਜੋ ਬੋਲੀ ਉਹਨੂੰ ਬੁਲਾਈ ਜਾ ਰਹੀ ਹੈ। ਇਨ ਸ਼ਾਰਟ ਵਿੱਚ ਆਪਾਂ ਕਹਿਣਾ ਚਾਹਾਂਗੇ ਕਿ ਜਿਹੜੇ ਤੋਮਰ ਜੀ ਨੇ ਉਹ ਇੱਕ ਨਰਿੰਦਰ ਮੋਦੀ ਦੇ ਤੋਤੇ ਦਾ ਕੰਮ ਕਰ ਰਹੇ ਨੇ ਕਿਤੇ ਨਾ ਕਿਤੇ। ਬਿਲਕੁਲ ਤੋਤਾ ਚਸਮ ਜਿਵੇਂ ਹੁੰਦਾ ਨਾ, ਜਿਵੇਂ ਉਹ ਗੰਗਾਰਾਮ ਬੋਲ ਗੰਗਾਰਾਮ ਹਾਂ ਰਾਮ ਰਾਮ, ਬਸ ਉੱਦਾਂ ਹੀ ਉਹ ਬੋਲ ਰਹੇ ਆ। ਉਹਨਾਂ ਦਾ ਆਪਣਾ ਕੋਈ ਅਸਤਿਤਵ ਨਹੀਂ ਹੁੰਦਾ ਵੀ ਨਹੀਂ। ਜਦੋਂ ਕੋਈ ਡਿਕਟੇਟਰ ਪ੍ਰਧਾਨ ਮੰਤਰੀ ਆਉਂਦਾ ਨਾ, ਜਿੱਦਾਂ ਕਿ ਹਿਟਲਰ ਸੀਗਾ, ਜਦੋਂ ਹਿਟਲਰ ਇੱਥੇ ਆਇਆ ਤੇ ਜਿੰਨੀਆਂ ਨੀਤੀਆਂ ਮਾੜੀਆਂ ਸੀਗੀਆਂ ਜਦੋਂ ਲੋਕਾਂ ਨੂੰ ਸਮਝ ਆਈ ਨਾ, ਉਦੋਂ ਤੱਕ ਦੇਸ਼ ਬਰਬਾਦ ਹੋ ਚੁੱਕਿਆ ਸੀਗਾ। ਇੱਦਾਂ ਹੀ ਮੋਦੀ ਜੀ ਦੀ ਨੀਤੀਆਂ ਹੈਗੀਆਂ ਨਾ, ਜਦੋਂ ਲੋਕਾਂ ਨੂੰ ਸਮਝ ਆਏਗੀ ਤਾਂ ਉਦੋਂ ਦੇਸ਼ ਦੀ ਨੁਕਸਾਨ ਬਹੁਤ ਹੋ ਗਿਆ ਹੋਣਾ। ਜਦੋਂ ਈਸਟ ਇੰਡੀਆ ਕੰਪਨੀ ਆਈ ਸੀ ਇੱਥੇ, ਕਨ੍ਹਈਆ ਕੁਮਾਰ ਸਾਡੇ ਉੱਧਰ ਬਿਹਾਰ ਦੇ ਇੱਕ ਨੇਤਾ ਹੈਗੇ ਆ, ਨੌਜਵਾਨ ਨੇਤਾ ਹੈਗੇ ਆ, ਉਹਨਾਂ ਨੇ ਟਵੀਟ ਕੀਤਾ ਕੱਲ੍ਹ, ਉਹ ਕਹਿੰਦੇ ਆ ਅੰਡਾਨੀ ਅੰਬਾਨੀ ਬਰਾਬਰ ਹੈ ਈਸਟ ਇੰਡੀਆ ਕੰਪਨੀ, ਮਤਲਬ ਕਿ ਅੰਡਾਨੀ ਤੇ ਅੰਬਾਨੀ ਹੀ ਈਸਟ ਇੰਡੀਆ ਕੰਪਨੀ ਵਾਲਾ ਕੰਮ ਕਰ ਰਿਹਾ। ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਪਹਿਲਾਂ ਆਈ ਸੀਗੀ, ਉਸ ਨੇ ਵੀ ਆ ਕੇ ਇੱਥੇ ਇੱਦਾਂ ਹੀ ਸਰਕਾਰਾਂ ਦੇ ਨਾਲ, ਰਾਜਿਆਂ ਦੇ ਨਾਲ ਰਾਬਤਾ ਕਾਇਮ ਕੀਤਾ ਸੀਗਾ, ਹੌਲੀ ਹੌਲੀ ਵਪਾਰ ਕੀਤਾ ਸੀ, ਵਪਾਰ ਕਰਨ ਤੋਂ ਬਾਅਦ ਅੱਗੇ ਵਧੇ ਸੀ, ਫਿਰ ਦੇਸ਼ ਗੁਲਾਮ ਕਰ ਲਿਆ ਸੀ ਅੰਗਰੇਜ਼ਾਂ ਨੇ। ਇੱਦਾਂ ਹੀ ਇਹ ਹੁਣ ਅੰਡਾਨੀ ਅੰਬਾਨੀ ਕਿਹੜਾ ਕੋਈ ਉੱਪਰੋਂ ਆਏ ਫਰਿਸ਼ਤੇ ਆ, ਬੰਦੇ ਹੀ ਆ, ਭਾਰਤ 'ਚ ਪੈਦਾ ਹੋਏ ਆ, ਖਾਸ ਕਰ ਗੁਜਰਾਤ 'ਚ ਪੈਦਾ ਹੋਏ ਆ, ਗੁਜਰਾਤ ਦੇ ਬੰਦੇ ਵਪਾਰੀ ਆ। ਜੇ ਅਡਾਨੀ ਅਬਾਨੀ ਕਿਹੜਾ ਕੋਈ ਉਹਨਾਂ ਨੇ ਰੱਬ ਵਾਂਗੂ ਆ ਕੇ ਗੱਲ ਸਹੀ ਕਰਨੀ ਆ, ਇੱਥੇ ਉਸੇ ਤਰ੍ਹਾਂ ਪੈਦਾ ਹੋਏ ਨਾ ਭਾਰਤ ਵਿੱਚ, ਜਿੱਦਾਂ ਦੁਰਯੋਧਨ ਪੈਦਾ ਹੋਇਆ ਸੀ ਇੱਥੇ, ਜਿੱਦਾਂ ਕੰਸ ਪੈਦਾ ਹੋਇਆ ਸੀ ਇੱਥੇ ਉਹ ਵੀ ਤਾਂ ਇੱਦਾਂ ਨੇ, ਉਹ ਵੀ ਇਨਸਾਨ ਹੀ ਨੇ, ਉਹ ਵੀ ਇਨਸਾਨ ਹੀ ਸੀਗੇ ਜਿਨ੍ਹਾਂ ਨੇ ਆ ਕੇ ਗਲਤ ਕੰਮ ਇਹੋ ਜਿਹੇ ਕੀਤੇ ਕਿ ਰਾਜਨੀਤੀ ਬਦਲ ਗਈ, ਦੇਸ਼ ਬਦਲ ਗਿਆ, ਸਰਹੱਦਾਂ ਬਦਲ ਗਈਆਂ ਸਾਡੀਆਂ। ਉਹ ਹਾਲਾਤ ਹੁਣ ਵੀ ਉੱਦਾਂ ਹੀ ਕੰਮ ਕਰਨ ਲੱਗੇ ਹੋਏ ਨੇ ਮੋਦੀ ਜੀ, ਜਿੱਦਾਂ ਕਿ ਉਹ ਕਿਸੇ ਅਧੀਨ ਹੋ ਕੇ ਕੰਮ ਕਰ ਰਹੇ ਹੁੰਦੇ ਆ। ਨਰਿੰਦਰ ਤੋਮਰ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਯੂਪੀ ਦੇ ਕਿਸਾਨ ਯੂਨੀਅਨ ਉਹਨਾਂ ਵਿੱਚੋਂ ਕੁਝ ਉਹਨਾਂ ਨਾਲ ਸਹਿਮਤ ਨੇ ਕਿ ਜਿਹੜੇ ਬਿੱਲ ਨੇ ਕਿਸੇ ਹੱਦ ਤੱਕ ਚੰਗੇ ਨੇ ਵੀ ਕਿਸਾਨਾਂ ਦੇ ਹੱਕ ਦੇ ਲਈ। ਕਿੰਨੇ ਵੋਟਾਂ ਪਈਆਂ ਨੇ ਆਪਾਂ ਨੂੰ ਭਾਜਪਾ ਨੂੰ ਯੂਪੀ ਦੇ ਵਿੱਚ, ਉਹ ਸਰਕਾਰ ਆ ਉਹਨਾਂ ਦੀ ਉੱਥੇ ਉਸ ਟਾਈਮ ਜੋਗੀ ਜੀ ਮੁੱਖ ਮੰਤਰੀ ਹੈਗੇ ਆ, ਤੇ ਜਿਹਦੀ ਸਰਕਾਰ ਹੁੰਦੀ ਆ, ਸਰਕਾਰ ਦੇ ਪੱਖ ਵਿੱਚ 4 20 25 100 1000 2000 ਬੰਦਾ ਇਕੱਠਾ ਕਰਨਾ ਕੀ ਔਖਾ ਹੁੰਦਾ, ਉਹ ਇਕੱਠਾ ਕਰ ਰਹੇ ਨੇ। ਉਹ ਜਿੱਦਾਂ ਹੁਣ ਤੋਮਰ ਜੀ ਬੋਲ ਰਹੇ ਆ, 100 ਲੋਕਾਂ ਨੂੰ ਲਾਭ ਹੁੰਦੇ ਆ, ਸਰਕਾਰਾਂ ਤੱਕ 100 ਗੱਲਾਂ ਹੁੰਦੀਆਂ ਨੇ। ਉੱਥੇ ਤਾਂ ਯੂਪੀ ਵਿੱਚ ਤਾਂ ਉੱਥੇ ਜਿਹੜਾ ਕਿ ਰੇਪ ਕਾਂਡ ਹੋਇਆ ਸੀਗਾ, ਉਹ ਰੇਪ ਕਾਂਡ ਦੇ ਵਿੱਚ ਮੰਤਰੀ ਆਖੀ ਜਾਂਦੇ ਸੀਗੇ ਜੀ ਇਹ ਜਿਹੜੇ ਕੁੜੀਆਂ ਬਚਾਉਣ ਆਪਣੇ ਆਪ ਨੂੰ, ਮੁੰਡੇ ਤਾਂ ਹੀ ਫਿਰਦੇ ਹੁੰਦੇ ਆ, ਉਹ ਤਾਂ ਇਹ ਜਿਹੀ ਬਕਵਾਸ ਕਰਦੇ ਸੀ ਉੱਥੇ ਯੂਪੀ ਵਾਲੇ ਤਾਂ। ਹੁਣ ਯੂਪੀ ਦੇ ਵਿੱਚੋਂ ਲੋਕ ਉੱਠ ਕੇ ਜੇ ਆ ਰਹੇ ਆ ਉੱਥੇ ਬਈ ਇੱਦਾਂ ਨਹੀਂ, ਇਹ ਤਾਂ ਬਿੱਲ ਠੀਕ ਨੇ, ਮਤਲਬ ਕਿ ਥੋੜ੍ਹਾ ਵੀ ਸਾਰੇ ਠੀਕ ਹੋ ਗਏ ਬਿੱਲ। ਪੂਰਾ ਦੇਸ਼, ਪੂਰਾ ਮੁਲਕ, ਕਾਂਗਰਸ, ਆਮ ਆਦਮੀ ਪਾਰਟੀ, NCP, ਸ਼ਿਵ ਸੈਨਾ, ਬਜਰੰਗ ਦਲ ਤੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ, BJP ਛੱਡ ਗਏ, JJP ਛੱਡ ਗਏ, ਸਾਰੀਆਂ ਬਿੱਲ ਦੇ ਵਿਰੋਧ 'ਚ ਨੇ। ਇਹਦੇ ਵਿੱਚ 4 ਬੰਦੇ ਇਕੱਠੇ ਹੋ ਕੇ ਕਹਿ ਦੇਣ ਯੂਪੀ ਦੇ ਵੀ ਬਿੱਲ ਠੀਕ ਹੈ, ਇਹਦਾ ਮਤਲਬ ਠੀਕ ਹੋ ਗਏ ਉਹ ਬਿੱਲ। ਬਿਲਕੁਲ ਜੀ ਬਿਲਕੁਲ।
ਉੱਥੇ ਹੀ ਕੈਟ ਵੱਲੋਂ CAIT ਵੱਲੋਂ ਸਰਕਾਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ, ਧਰਨੇ ਚੱਲ ਰਹੇ ਨੇ, ਸੰਘਰਸ਼ ਭਰੇ, ਉਹਨਾਂ ਨੂੰ ਇੱਕ ਚੰਗਾ ਰੁਖ ਦੇ ਕੇ ਖਤਮ ਕੀਤਾ ਜਾਵੇ, ਕਿਉਂਕਿ ਦੇਖਣ ਜਾ ਰਿਹਾ ਉਹਨਾਂ ਦਾ ਤਕਰੀਬਨ 14,000 ਕਰੋੜ ਦੇ ਨੇੜੇ ਤੇੜੇ ਦਾ ਨੁਕਸਾਨ ਹੋ ਚੁੱਕਿਆ ਹੈ। ਵਪਾਰੀਆਂ ਦਾ ਨੁਕਸਾਨ ਬੜਾ ਵੱਡਾ ਹੋਇਆ ਭਾਰਤ ਵਿੱਚ। ਕੈਟ ਦੀ ਇਹ ਰਿਪੋਰਟ ਮੋਦੀ ਸਰਕਾਰ ਦੇ ਕੰਨਾਂ ਉੱਤੇ ਸਰਾਲੀ ਮਾਰ ਰਹੀ ਆ ਬਈ ਮੋਦੀ ਜੀ ਸਮਝੋ ਬੜਾ ਵੱਡਾ ਨੁਕਸਾਨ ਆ ਚੁੱਕਿਆ। ਕੈਟ ਦੀ ਰਿਪੋਰਟ ਜਿਹੜੀ ਇਹ ਸਪਸ਼ਟ ਕਰਦੀ ਆ ਕਿ 14,000 ਕਰੋੜ ਰੁਪਈਆ ਭਾਰਤ ਦੇ ਸਿਸਟਮ ਦੇ ਵਿੱਚ ਘਾਟਾ ਪੈ ਚੁੱਕਿਆ। ਇਕੱਲੇ ਜੀਓ ਨੂੰ 5-7 ਦਿਨਾਂ ਦੇ ਵਿੱਚ ਮੋਬਾਈਲ ਪੋਰਟ ਹੋਣ ਦੇ ਨਾਲ ਤਕਰੀਬਨ 70 ਕਰੋੜ ਦਾ ਘਾਟਾ ਪਿਆ ਇਕੱਲੇ ਜੀਓ ਨੂੰ। ਪੰਜਾਬ ਦੇ ਵਿੱਚ ਰੇਲਾਂ ਨਹੀਂ ਚੱਲ ਰਹੀਆਂ, ਰੇਲਾਂ ਨਾ ਚੱਲਣ ਕਰਕੇ ਡੇਲੀ ਪੰਜਾਬ ਦੇ ਵਿੱਚ ਰੇਲ ਨੂੰ 40 ਕਰੋੜ ਦਾ ਘਾਟਾ ਪੈ ਰਿਹਾ ਡੇਲੀ। ਤੇ ਇਹ ਡੇਲੀ ਜਿਹੜੇ ਘਾਟੇ ਪੈ ਰਹੇ ਨੇ 14,000 ਕਰੋੜ ਰੁਪਏ ਦਾ ਅੰਕੜਾ ਭਾਰਤ ਦਾ ਬਣ ਚੁੱਕਿਆ। ਇਹ ਮੋਦੀ ਜੀ ਨੂੰ ਇਹਦਾ ਕੋਈ ਫਿਕਰ ਨਹੀਂ ਕਿ ਮੇਰੇ ਦੇਸ਼ ਦੇ ਵਿੱਚ ਘਾਟਾ ਪੈ ਰਿਹਾ ਲੋਕਾਂ ਨੂੰ, ਮੇਰੇ ਦੇਸ਼ ਦੀ ਜਿਹੜੀ ਕਿ ਇਕਨੋਮੀ ਆ ਹੇਠਾਂ ਆ ਰਹੀ ਆ। ਮੋਦੀ ਜੀ ਸਿਰਫ ਇਹ ਸੋਚ ਰਹੇ ਆ ਕਿ ਮੈਂ ਆਪਣੇ ਦੋਸਤਾਂ, ਵਪਾਰੀਆਂ, ਅਡਾਨੀਆਂ, ਅਬਾਨੀਆਂ ਦਾ ਪੱਖ ਕਿਵੇਂ ਕਰਾਂ, ਕਿੱਦਾਂ ਮੈਂ ਕਿਸਾਨਾਂ ਦੀ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਕਰ ਲਵਾਂ। ਉਹਨਾਂ ਦਾ ਮਤਲਬ ਵੀ ਇਹ ਆ ਪ੍ਰੇਰਨਾ ਕਿ ਉਹ ਜਿਹੜਾ ਅਸੀਂ ਇਹਨਾਂ ਬਿੱਲਾਂ ਨੂੰ ਲਾਗੂ ਕਰਕੇ ਕਿਸਾਨਾਂ ਦੀ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਕਿਵੇਂ ਕਰ ਲਈਏ, ਇਹ ਗੱਲ ਹੈਗੀ ਉਹਨਾਂ ਦੀ। ਪਰ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਨਰਿੰਦਰ ਮੋਦੀ ਉਹਨਾਂ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਨੇ, ਅੰਬਾਨੀ ਅਡਾਨੀ ਦਾ, ਆਪਣੇ ਮਿੱਤਰਾਂ ਦਾ, ਪਰ ਹੁਣ ਤਾਂ ਉਹਨਾਂ ਨੂੰ ਘਾਟਾ ਹੋ ਰਿਹਾ ਹੈ। ਜੀਓ ਦੇ ਸਿਮ ਪੋਰਟ ਹੋ ਰਹੇ ਨੇ, ਰਿਲਾਇੰਸ ਪੰਪਾਂ ਅੱਗੇ ਧਰਨੇ ਦਿੱਤੇ ਜਾ ਰਹੇ ਨੇ, ਮਾਰਕੀਟਸ ਨੂੰ ਉਹਨਾਂ ਨੂੰ ਮਤਲਬ ਧਰਨੇ ਦੇ ਕੇ ਬੰਦ ਕੀਤਾ ਜਾ ਰਿਹਾ ਹੈ। ਬਹੁਤ ਵੱਡਾ ਮਤਲਬ ਇੱਕ ਝਟਕਾ ਸੱਟ ਮਾਰੀ ਹੈ ਕਿਸਾਨਾਂ ਨੇ ਉਹਨਾਂ ਉੱਤੇ। ਕੀ ਕਹਿਣਾ ਚਾਹੋਗੇ ਇਸ ਬਾਰੇ? 34 ਲੱਖ ਕਰੋੜ ਅਰਬ ਡਾਲਰ, 34 ਲੱਖ ਅਰਬ ਡਾਲਰ ਦਾ ਬਿਜ਼ਨਸ ਅਡਾਨੀ ਦਾ, 34 ਲੱਖ ਅਰਬ ਡਾਲਰ ਦਾ ਬਿਜ਼ਨਸ ਇਸ ਸਾਲ 'ਚ ਵਧਿਆ ਉਹਦਾ। ਇਸ ਸਾਲ 'ਚ 21 ਲੱਖ ਅਰਬ ਡਾਲਰ ਦਾ ਬਿਜ਼ਨਸ ਵਧਿਆ, ਜਿਹਦੇ ਵਿੱਚ ਕਿ 17 ਲੱਖ ਅਰਬ ਡਾਲਰ ਜਿਹੜਾ ਹੈਗਾ ਉਹ ਲੋਨ ਹੈ ਅਡਾਨੀ ਵੱਲੋਂ ਲਿਆ ਸਰਕਾਰ ਵੱਲੋਂ। ਜਿਹੜੀ ਸਰਕਾਰ ਲੋਨ ਦੇ ਰਹੀ ਆ ਅਡਾਨੀ ਅੰਬਾਨੀ ਨੂੰ, ਲੋਨ ਦੇ ਕੇ ਕਹਿ ਰਹੀ ਆ ਸਾਡੀ ਜ਼ਮੀਨ ਤੇ ਤੁਸੀਂ ਬਿਜ਼ਨਸ ਵੀ, ਜ਼ਮੀਨ ਵੀ ਅਸੀਂ ਦੇ ਰਹੇ ਹਾਂ, ਪੈਸੇ ਵੀ ਅਸੀਂ ਦੇ ਰਹੇ ਹਾਂ, ਮੁਲਾਜ਼ਮ ਵੀ ਅਸੀਂ ਦੇ ਰਹੇ ਹਾਂ, ਸਾਰਾ ਕੁਝ ਅਸੀਂ ਆਪ ਦੇਣ ਲੱਗੇ ਹਾਂ ਅਡਾਨੀ ਅੰਬਾਨੀ ਨੂੰ। ਤੇ ਜੇਕਰ ਉਹਨਾਂ ਦਾ 68 ਦਾ ਕਰੋੜ ਦਾ, 10 ਕਰੋੜ ਦਾ, 100 ਕਰੋੜ ਦਾ, 500 ਕਰੋੜ ਦਾ ਘਾਟਾ ਪੈ ਵੀ ਗਿਆ, ਕੀ ਫਰਕ ਪੈਂਦਾ? ਉਹ ਕਹਿੰਦੇ ਨਹੀਂ, ਘਾਟੇ ਦੀ ਗੱਲ ਨਹੀਂ, ਜਦੋਂ ਤੱਕ ਕਿਸਾਨੀ ਸਾਡੇ ਕਬਜ਼ੇ 'ਚ ਨਹੀਂ ਆਏਗੀ ਉਦੋਂ ਤੱਕ ਗੱਲ ਨਹੀਂ ਬਣਨੀ। ਇਸ ਕਰਕੇ ਨਿੱਕੇ ਮੋਟੇ ਘਾਟੇ ਦੀ ਕੀ ਪਰਵਾਹ ਕਰਦੇ ਆ। ਬਿਲਕੁਲ ਉੱਥੇ ਹੀ। ਪਰ ਦੂਜੇ ਪਾਸੇ ਦੇਖਿਆ ਗਿਆ ਕਿ ਆਪ ਦੇ ਮੁਖੀ ਕੇਜਰੀਵਾਲ ਵੱਲੋਂ ਬਿੱਲ ਪਾੜ ਕੇ ਕੀ ਮਤਲਬ ਉਹ ਕੀ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ, ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਸੀ, ਜਾਂ ਕਿਸਾਨਾਂ ਦੇ ਸੱਚੀ ਹੱਕ ਵਿੱਚ ਸੀ, ਜਾਂ ਇੱਕ ਨਾਟਕ ਸੀ? ਕਿਉਂਕਿ ਬਿੱਲ ਪਾੜਨ ਨਾਲ ਜਿਹੜਾ ਕਾਨੂੰਨ ਤਾਂ ਰੱਦ ਨਹੀਂ ਹੁੰਦਾ, ਇਹਨਾਂ ਬਿੱਲਾਂ ਦੀ ਤਾਂ ਕੋਈ ਆਖਰੀ ਕਾਪੀ ਨਹੀਂ ਸੀ ਕਿ ਬਿੱਲ ਪਾੜ ਕੇ ਬਿੱਲ ਰੱਦ ਹੋ ਗਏ ਨੇ। ਕਿਸਾਨਾਂ ਦੇ ਪੱਖ ਵਿੱਚ ਪ੍ਰੇਰਣਾ ਕੋਈ ਵੀ ਗੱਲ ਜਿਹੜਾ ਬੰਦਾ ਕਰਦਾ ਨਾ ਤੇ ਉਹ ਇੱਕ ਚੰਗੀ ਗੱਲ ਬਣ ਜਾਂਦੀ ਆ। ਜਿੱਦਾਂ ਇੱਕ ਚਿੜੀ ਸੀ ਨਾ, ਚਿੜੀ ਜੰਗਲ ਦੀ ਲੱਗੀ ਹੋਈ ਅੱਗ ਨੂੰ ਬੁਝਾਉਣ ਵਾਸਤੇ ਪਾਣੀ ਭਰਦੀ ਚੁੰਚ ਵਿੱਚ ਜੰਗਲ ਵੱਲ ਗਏ ਜਾਂਦੀ ਸੀ ਅੱਗ ਦੇ ਵਿੱਚ। ਹੋਇਆ ਕਿ ਕਾਂ ਬੈਠਾ ਸੀ ਉੱਤੇ, ਕੋਈ ਕਾਂ ਕਹਿੰਦਾ ਵੀ ਤੇਰੀ ਚੁੰਝ ਦੇ ਵਿੱਚ ਪਾਣੀ ਭਰਨ ਨਾਲ ਕਿਹੜਾ ਇੱਥੇ ਕੋਈ ਜਿਹੜਾ ਹੈਗਾ ਵੀ ਅੱਗ ਬੁਝ ਜਾਣੀ ਆ। ਉਹ ਕਹਿੰਦੀ ਬਿਲਕੁਲ ਪਤਾ ਮੈਨੂੰ, ਚਿੜੀ ਕਹਿੰਦੀ ਬਿਲਕੁਲ ਪਤਾ ਮੈਨੂੰ ਅੱਗ ਬੁਝਣੀ, ਪਰ ਮੇਰਾ ਨਾਂ ਇਤਿਹਾਸ ਵਿੱਚ ਉਹਨਾਂ ਲੋਕਾਂ ਵਿੱਚ ਦਰਜ ਹੋਏਗਾ ਜਿਹੜੇ ਲੋਕ ਅੱਗ ਬੁਝਾਉਣ ਵਾਲਿਆਂ ਵਿੱਚ ਸੀਗੇ। ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਿੱਲ ਰੱਦ ਕੀਤੇ, ਆਪਣੇ ਬਿੱਲ ਪੇਸ਼ ਕੀਤੇ, ਆਪਣੇ ਬਿੱਲ ਪਾਸ ਕੀਤੇ ਪੰਜਾਬ ਵਿਧਾਨ ਸਭਾ ਦੇ ਵਿੱਚ। ਅਸੀਂ ਸ਼ਲਾਘਾ ਕੀਤੀ, ਉਹਦੀ ਸ਼ਲਾਘਾ ਕਰਦੇ ਹਾਂ, ਵਧੀਆ ਗੱਲ ਆ। ਪਰ ਕੇਜਰੀਵਾਲ ਨੇ ਕਿਹਾ ਤਾਂ ਕੋਈ ਫਰਕ ਨਹੀਂ ਪੈਣਾ। ਅਸੀਂ ਕੇਜਰੀਵਾਲ ਦੀ ਆਲੋਚਨਾ ਕੀਤੀ ਉਸ ਵੇਲੇ ਵੀ ਗੱਲ ਇੱਕ ਕੀਤੀ ਜਾ ਰਹੀ ਹੈ, ਤੁਸੀਂ ਵਿਧਾਨ ਸਭਾ 'ਚ ਤੁਸੀਂ ਪਾਸ ਕਰੋ ਬਿੱਲ। ਕੇਜਰੀਵਾਲ ਸਾਹਿਬ ਨੇ ਹੁਣ ਬਿੱਲ ਪਾੜੇ ਆ। ਅਸੀਂ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਦੇ ਹੋਰ ਬੰਦੇ ਬਹੁਤ ਸਾਰੇ ਆਲੋਚਨਾ ਕਰ ਰਹੇ, ਹੁਣ ਕੀ ਫਰਕ ਪੈਣ ਲੱਗਿਆ? ਕੇਜਰੀਵਾਲ ਦੇ ਬਿੱਲ ਫਾੜਨ ਨਾਲ ਕੀ ਫਰਕ ਪੈਣ ਲੱਗਿਆ ਜੀ? ਕਿਹੜਾ ਕੋਈ ਉੱਥੇ ਬਿੱਲ ਵਾਪਸ ਹੋ ਜਾਣਗੇ? ਬਿੱਲ ਵਾਪਸ ਨਹੀਂ ਹੁੰਦੇ, ਇਹ ਸੱਚ ਹੈ। ਪਰ ਕੇਜਰੀਵਾਲ ਨੇ ਭਾਵੇਂ ਦੇਰ 'ਚ ਕੀਤਾ, ਭਾਵੇਂ ਬਾਅਦ 'ਚ ਕੀਤਾ, ਲੇਟ ਕੀਤਾ, ਪਰ ਉਹ ਕੰਮ ਕੀਤਾ ਜਿਹੜਾ ਇਤਿਹਾਸ ਦਰਜ ਹੋਏਗਾ ਵੀ ਹਾਂ ਉਹ ਸਰਕਾਰ ਨੇ ਵੀ ਇਹਨਾਂ ਬਿੱਲਾਂ ਵਿਰੁੱਧ ਇੱਕ ਮਤਾ ਪਾਇਆ ਤੇ ਬਿੱਲ ਪਾੜਿਆ। ਇਹ ਕੋਈ ਮਾੜੀ ਗੱਲ ਨਹੀਂ, ਲੇਟ ਹੋਇਆ, ਦੇਰ 'ਚ ਹੋਇਆ, ਕੋਈ ਚੱਕਰ ਦੀ ਗੱਲ ਨਹੀਂ। ਪਰ ਵਿਰੋਧੀ ਸਿਆਸੀ ਪਾਰਟੀਆਂ ਇੱਕ ਦੂਜੇ ਦਾ ਵਿਰੋਧ ਤਾਂ ਕਰਦੀਆਂ ਹੁੰਦੀਆਂ ਨੇ, ਇਹ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਮਾੜਾ ਕਹਿੰਦੀਆਂ ਹੁੰਦੀਆਂ ਨੇ, ਇਹ ਇਹਨਾਂ ਦਾ ਇੱਕ ਸੁਭਾਅ ਹੀ ਹੁੰਦਾ। ਇਹ ਸਿਆਸੀ ਪਾਰਟੀ ਦੇ ਵਿਰੋਧੀਆਂ ਨੂੰ ਭੰਨਣਾ ਹੀ ਆਪਾਂ ਨੇ, ਭਾਵੇਂ ਮਾੜਾ ਕੰਮ ਕਰੇ ਭਾਵੇਂ ਚੰਗਾ ਕੰਮ ਕਰੇ।
ਇਹ ਵੇਖਣ ਚ ਆ ਰਿਹਾ ਮਤਲਬ ਕਿਤੇ ਨਾ ਕਿਤੇ ਕੇਜਰੀਵਾਲ ਨੇ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਕੀਤਾ ਹੈ, ਜਿਸ ਨੂੰ ਮਤਲਬ ਕਿਸਾਨਾਂ ਵੱਲੋਂ ਵੀ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਲਈ ਇਹ ਬਹੁਤ ਚੰਗਾ ਕੀਤਾ, ਦੇਰ ਸਵੇਰ ਪਰ ਜੋ ਵੀ ਕੀਤਾ ਚੰਗਾ ਹੋਇਆ। ਹਾਂ, ਇਹੀ ਗੱਲ ਨਾ, ਆਪਾਂ ਜਿਹੜੀ ਗੱਲ ਵੀ ਕੋਈ ਕਿਸੇ ਸੰਘਰਸ਼ ਦੇ ਵਿੱਚ ਨੂੰ ਤੂਲ ਫੜਦੀ ਹੈ, ਸੰਘਰਸ਼ ਨੂੰ ਉੱਪਰ ਕਰਦੀ ਆ, ਵੱਡਾ ਕਰਦੀ ਆ, ਉਜਾਗਰ ਕਰਦੀ ਆ। ਜੇਕਰ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਨਾ, ਇਹਦਾ ਮਤਲਬ ਇਹ ਆ ਕਿ ਉਹ ਬੰਦਾ ਵਧੀਆ ਕੰਮ, ਲੋਕ ਉਹਨੂੰ ਸਰਾਹੁੰਦੇ ਆ। ਮੋਦੀ ਸਰਕਾਰ ਦੀ ਆਲੋਚਨਾ ਇਸ ਕਰਕੇ ਹੋ ਰਹੀ ਆ ਕਿ ਉਹ ਲੋਕ ਰੋਹ ਨੂੰ ਨਹੀਂ ਦੇਖ ਰਹੇ, ਲੋਕਾਂ ਦੇ ਰੋਹ ਨੂੰ ਨਹੀਂ ਦੇਖ ਰਹੇ, ਉਹ ਮਨਮਰਜ਼ੀ ਕਰਨ ਲੱਗੇ ਉਹਨੇ, ਆਲੋਚਨਾ ਉਹਦੀ ਤਾਂ ਹੋ ਰਹੀ ਹੈ। ਮੋਦੀ ਕੇਜਰੀਵਾਲ ਦਾ ਤਾਂ ਉਹ ਕੰਮ ਹੋਇਆ ਕਿ ਚਲੋ ਕਿਤੇ ਨਾ ਕਿਤੇ ਲੋਟ ਕੇ ਬੁੱਧੂ ਘਰ ਕੋ ਆਏ, ਦੇਰ ਸਵੇਰ ਕਿਤੇ ਨਾ ਕਿਤੇ ਉਹ ਜਾਗੇ। ਹਾਂ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਹੁਣ ਅੱਗੇ ਗੱਲ ਕਰਦੇ ਹਾਂ ਕਿ ਚੋਣਾਂ ਆਉਣ ਵਾਲੀਆਂ ਨੇ, ਚੋਣਾਂ ਦੇ ਕਿਸਾਨੀ ਜਿਹੜਾ ਕਿਸਾਨ ਅੰਦੋਲਨ ਹੈ, ਲਗਾਤਾਰ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਉਸ ਤੇ ਚੋਣਾਂ ਦਾ ਕੀ ਅਸਰ ਵੇਖਣ ਨੂੰ ਮਿਲੇਗਾ? ਅਸਲ ਵਿੱਚ ਇਹ ਇੱਕ ਨਵੇਂ ਤਰ੍ਹਾਂ ਦੀ ਸਿਆਸਤ ਹੁਣ ਹੋਣੀ ਆ, ਖਾਸ ਕਰ ਉੱਤਰੀ ਭਾਰਤ ਦੇ ਵਿੱਚ। ਖੈਰ ਉੱਧਰ ਵੀ ਸਿਆਸਤ ਵੱਖਰੀ ਤਰ੍ਹਾਂ ਦੀ ਹੋਣੀ ਆ, ਉੱਤਰੀ ਭਾਰਤ 'ਚ ਹੋਣੀ ਆ ਸਿਆਸਤ ਨਵੇਂ ਤਰ੍ਹਾਂ ਦੀ। ਕਿਸਾਨੀ ਲੋਕਾਂ ਨੇ ਜਿੱਦਾਂ ਨਾ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਸੀਗੀ, ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚ ਇੱਕ ਸਿਆਸੀ ਪਾਰਟੀ ਨਿਕਲੀ ਸੀ, ਆਮ ਆਦਮੀ ਪਾਰਟੀ। ਇੱਦਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਿਆਸੀ ਪਾਰਟੀਆਂ ਨਿਕਲਣਗੀਆਂ ਵਿੱਚੋਂ, ਬਿਲਕੁਲ, ਤੇ ਉਹ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਖੜੇ ਕਰਨਗੀਆਂ ਪੰਜਾਬ 'ਚ, ਹਰਿਆਣੇ 'ਚ, ਵੱਖ-ਵੱਖ ਥਾਵਾਂ ਉੱਤੇ। ਇੱਦਾਂ ਸਮੀਕਰਨ ਬੜੇ ਬਦਲਣਗੇ। ਪਹਿਲਾਂ ਵਾਂਗ ਨਹੀਂ ਕਿਸਾਨਾਂ ਕੋਲੇ ਆਉਂਦੇ ਸੀ ਲੋਕ, ਆ ਕੇ ਕਹਿ ਦਿੰਦੇ ਸੀਗੇ ਜੀ ਵੋਟਾਂ ਸਾਨੂੰ ਪਾ ਦਿਓ, ਕਿਸਾਨ ਵੋਟ ਪਾ ਦਿੰਦੇ ਸੀਗੇ, ਸਾਰੇ ਲੋਕ ਵੋਟ ਪਾ ਦਿੰਦੇ ਸੀ, ਕੋਈ ਗੱਲ ਨਹੀਂ ਵੀ ਅੱਜ ਇਹ ਨਹੀਂ, ਅੱਜ ਮਾੜੇ ਆ, ਕੱਲ੍ਹ ਚੰਗੇ ਵੀ ਹੋਣਗੇ। ਹੁਣ ਸੰਦਰਭ ਉਹ ਨਹੀਂ ਹੋਣੇ, ਹੁਣ ਸਮੀਕਰਨ ਚੇਂਜ ਹੋਣੇ ਆ, ਬਦਲਣੇ ਆ। ਹੁਣ ਸਿਆਸਤ ਦੇ ਵਿੱਚ ਬੜਾ ਵੱਡਾ ਕੰਮ। ਇਹ ਲੋਕ ਹੁਣ ਤੱਕ ਕਹਿੰਦੇ ਰਹੇ ਆ ਕਿ ਜੀ ਸਿਆਸਤ ਬੜੀ ਮਾੜੀ ਚੀਜ਼ ਆ ਜੀ। ਸਿਆਸਤ ਅਸਲ ਵਿੱਚ ਜਿਹੜੀ ਹੈਗੀ ਆ, ਜਿਹੜੇ ਲੋਕ ਵੋਟ ਪਾਉਂਦਾ, ਤੁਸੀਂ ਮੈਂ ਜਿੰਨੇ ਲੋਕ ਵੋਟ ਪਾਉਂਦੇ ਆ, ਜਿਨ੍ਹਾਂ ਦੀ ਵੋਟ ਬਣੀ ਹੋਈ ਆ, ਉਹ ਸਿਆਸੀ ਦੇ ਸਾਰੇ ਸਿਆਸੀ ਹੁੰਦੇ ਆ। ਇਹ ਸਿਆਸੀ ਲੋਕ ਬਦਨਾਮ ਕਰਨ ਵਾਸਤੇ ਸਿਆਸਤ ਨੂੰ ਕਹਿੰਦੇ ਆ ਕਿ ਸਿਆਸਤ ਤਾਂ ਮਾੜੀ ਆ ਜੀ, ਸਿਆਸਤ ਨਾ ਕਰੋ ਜੀ, ਕਿਉਂਕਿ ਇਹਨਾਂ ਨੇ ਸਿਆਸਤ ਕਰਨੀ ਹੁੰਦੀ ਆ। ਸਿਆਸਤ ਖੂਬਸੂਰਤ ਮਸ਼ੂਕ ਵਰਗੀ ਹੁੰਦੀ ਆ, ਜਿਹੜੀ ਕਿ ਬਹੁਤ ਅੱਛੀ ਹੁੰਦੀ ਆ। ਇਸ ਨੂੰ ਹਰ ਇੱਕ ਬੰਦੇ ਨੂੰ ਅਪਣਾਉਣਾ ਚਾਹੀਦਾ, ਜਿਹੜੀ ਸਿਆਸਤ ਹੈਗੀ ਆ। ਤੋ ਇਹ ਆ, ਹੁਣ ਸਿਆਸਤ ਵਿੱਚ ਨਵੇਂ ਸਮੀਕਰਨ ਬਣ ਰਹੇ ਨੇ, ਨਵੀਆਂ ਚੀਜ਼ਾਂ ਅੱਗੇ ਆ ਰਹੀਆਂ ਨੇ, ਬੰਦੇ ਨਵੇਂ ਆਉਣਗੇ, ਚਿਹਰੇ ਨਵੇਂ ਆਉਣਗੇ, ਨਵੇਂ ਤਰੀਕੇ ਸਰਕਾਰਾਂ ਬਣਨਗੀਆਂ। ਸਿਆਸਤ ਵਿੱਚ ਬੜਾ ਵੱਡਾ ਡੈਂਟ ਪੈਣਾ, ਬੜਾ ਵੱਡਾ ਕੰਮ ਹੋਣਾ ਸਿਆਸਤ ਵਿੱਚ ਆਉਣ ਵਾਲੇ ਸਮੇਂ ਵਿੱਚ। ਸਿਆਸਤ ਦੇ ਤਾਂ ਹੁਣ ਦੇ ਲੋਕਾਂ ਨੇ ਤੇ ਸਰਕਾਰਾਂ ਨੇ ਅਸਲ ਦੇ ਜਿਹੜੇ ਮਾਇਨੇ ਨੇ ਉਹ ਬਦਲ ਕੇ ਹੀ ਰੱਖ ਦਿੱਤੇ ਨੇ ਕਿਤੇ ਨਾ ਕਿਤੇ। ਬਿਲਕੁਲ, ਸਿਆਸਤ ਅਸਲ ਵਿੱਚ ਸਿਆਸਤ ਦੇ ਮਾਇਨੇ ਨਹੀਂ ਬਦਲਦੇ ਪਏ ਨਾ, ਮਾਇਨੇ ਨਹੀਂ, ਸਿਆਸਤ ਬਦਲਦੀ ਹੁੰਦੀ ਆ। ਸਿਆਸਤ ਦੇ ਮਾਇਨੇ ਉਹੀ ਰਹਿੰਦੇ ਹੁੰਦੇ ਆ, ਸਿਆਸਤ ਚੇਂਜ ਹੁੰਦੀ ਆ। ਹੁਣ ਸਿਆਸਤ ਚੇਂਜ ਹੋਣ ਜਾ ਰਹੀ ਆ। ਪਹਿਲਾਂ ਗੌਰਮੈਂਟਾਂ, ਸਰਕਾਰਾਂ ਨੀਤੀਆਂ ਬਣਾਉਂਦੀਆਂ ਹੁੰਦੀਆਂ ਸੀਗੀਆਂ, ਹੁਣ ਕਿਸਾਨਾਂ ਦੇ ਨਾਲ ਨੀਤੀਆਂ ਬਣ ਰਹੀਆਂ ਨੇ। ਕਿਸਾਨਾਂ ਨੇ ਵਿਰੋਧਤਾ ਕੀਤੀ, ਬੀਬਾ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਣਾ ਪਏਗਾ ਉਹਨੂੰ। ਕਿਸਾਨਾਂ ਨੇ ਵਿਰੋਧਤਾ ਕੀਤੀ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿੱਲ ਪਾਸ ਕਰਨੇ ਪੈ ਗਏ। ਕਿਸਾਨਾਂ ਨੇ ਵਿਰੋਧਤਾ ਕੀਤੀ ਤਾਂ MP ਜਿਹੜੇ ਉੱਥੇ ਜੰਤਰ ਮੰਤਰ ਜਾ ਕੇ ਬਹਿ ਗਏ। ਕਿਸਾਨਾਂ ਨੇ ਵਿਰੋਧਤਾ ਕੀਤੀ, MLA ਜੰਤਰ ਮੰਤਰ ਜਾ ਕੇ ਬੈਠਣ ਜਾ ਰਹੇ ਨੇ। ਕੇਜਰੀਵਾਲ ਨੇ ਬਿੱਲ ਫਾੜਤੇ। ਉੱਤੋਂ ਜਿਹੜੇ ਸਾਊਥ ਦੇ ਵਿੱਚ ਮੰਡੀਆਂ ਤੇ MSP ਲਾਗੂ ਕਰ ਦਿੱਤੀ ਆ, ਮੰਡੀਆਂ ਤੇ MSP ਲਾਗੂ ਕਰ ਦਿੱਤੀ ਆ ਸਬਜ਼ੀਆਂ ਤੇ। ਇਹ ਹੁਣ ਕਿਸਾਨ ਤੈਅ ਕਰ ਰਹੇ ਆ ਕਿ ਅੱਗੇ ਸਾਡੀਆਂ ਨੀਤੀਆਂ ਕੀ ਹੋਣਗੀਆਂ। ਇਹ ਨਵੇਂ ਤਰ੍ਹਾਂ ਦਾ ਸਿਆਸਤ ਆ ਰਹੀ ਆ, ਜਿਹੜੀ ਕਿ ਸਾਨੂੰ ਜਿਹੜੇ ਆਮ ਲੋਕਾਂ ਦੇ ਪੱਖ ਵਿੱਚ ਹੋਏਗੀ। ਬਿਲਕੁਲ, ਮੰਡੀਆਂ ਦੀ ਗੱਲ ਹੋਈ ਹੈ। ਹੁਣ ਮੰਡੀਆਂ ਜਿਹੜੀਆਂ ਨੇ ਪੂਰੀ ਤਰ੍ਹਾਂ ਨਾਲ ਸੁੰਨੀਆਂ ਵੇਖੀਆਂ ਜਾ ਰਹੀਆਂ ਨੇ। ਇਨਕਮ ਟੈਕਸ ਵੱਲੋਂ ਵੀ ਉੱਥੇ ਜਿਹੜੇ ਛਾਪੇਮਾਰੀ ਕੀਤੀ ਜਾ ਰਹੀ ਤੇ 25 ਦਸੰਬਰ ਤੱਕ ਉਹਨਾਂ ਨੂੰ ਬੰਦ ਰੱਖਣ ਲਈ ਕਿਹਾ ਜਾ ਰਿਹਾ। ਮੰਡੀਆਂ ਬੰਦ ਕਰ ਰਹੇ ਨੇ। ਦੇਖੋ, ਪੰਜਾਬ ਦੇ ਵਿੱਚ ਮੰਡੀ ਦੇ ਵਿੱਚ ਕਣਕ ਝੋਨਾ ਜੋ ਆਉਂਦਾ ਹੈਗਾ, ਜੋ ਸਮਾਂ ਹੁੰਦਾ ਉਹ ਆਉਂਦਾ, ਮੰਡੀਆਂ ਵਿੱਚ ਆਉਂਦੇ ਆ ਸਾਰਾ ਕੁਝ। ਆੜ੍ਹਤੀਆਂ ਵੱਲੋਂ ਹੁਣ ਵੈਸੇ ਕੋਈ ਫਸਲ ਐਡੀ ਆ ਵੀ ਨਹੀਂ ਰਹੀ ਮੰਡੀਆਂ ਦੇ ਵਿੱਚ, ਫਸਲਾਂ ਸਾਰੀਆਂ ਨਿਬੜ ਚੁੱਕੀਆਂ ਨੇ। ਕਿਸਾਨ ਫਸਲਾਂ ਨਿਬੇੜ ਕੇ ਦਿੱਲੀ ਬੈਠੇ ਆ ਅਤੇ ਮੰਡੀਆਂ ਹੋਰ ਫਸਲਾਂ ਮਾੜੀਆਂ ਮੋਟੀਆਂ ਆਉਂਦੀਆਂ ਨੇ, ਬੰਦ ਨੇ, ਕਿਉਂਕਿ ਆੜ੍ਹਤੀਆਂ ਉੱਤੇ ਕੇਂਦਰ ਸਰਕਾਰ ਦੇ ਕਥਿਤ ਤੌਰ 'ਤੇ ਹੁਕਮ ਅਨੁਸਾਰ, ਕੇਂਦਰ ਸਰਕਾਰ ਦੇ ਹੁਕਮ ਅਨੁਸਾਰ ਇਹਨਾਂ ਨੇ ਇਨਕਮ ਟੈਕਸ ਨੇ ਆੜ੍ਹਤੀਆਂ ਦੇ ਉੱਪਰ ਛਾਪੇ ਮਾਰੇ ਆ। ਛਾਪੇ ਮਾਰਨ ਤੋਂ ਬਾਅਦ ਆੜ੍ਹਤੀਆਂ 'ਤੇ ਕੀ ਹੋਇਆ ਕਿ ਗੁੱਸਾ ਆਇਆ ਆੜ੍ਹਤੀਆਂ ਨੂੰ, ਉਹਨਾਂ ਨੇ ਹੜਤਾਲ 'ਤੇ ਚਲੇ ਗਏ। ਉਹ ਹੜਤਾਲ ਹੋ ਗਈ ਉਹਨਾਂ ਦੀ, ਅਤੇ ਹੁਣ ਉਹ ਮੰਡੀਆਂ ਬੰਦ ਕੀਤੀਆਂ 25 ਤੱਕ। ਹੜਤਾਲ ਅੱਜ ਵੀ ਆੜ੍ਹਤੀ ਨੂੰ ਬੁਲਾਇਆ ਗਿਆ ਕਈ ਥਾਵਾਂ ਉੱਤੇ, ਇਨਕਮ ਟੈਕਸ ਵੱਲੋਂ ਆਪਣਾ ਜਵਾਬ ਦਿਓ ਆ ਕੇ। ਇਨਕਮ ਟੈਕਸ ਜਵਾਬ ਮੰਗੇ ਕੋਈ ਮਾੜੀ ਗੱਲ ਨਹੀਂ, ਇਨਕਮ ਟੈਕਸ ਨੂੰ ਜਵਾਬ ਮੰਗਣਾ ਚਾਹੀਦਾ ਹਰ ਇੱਕ ਬੰਦੇ ਤੋਂ। ਜਿਹੜਾ ਬੰਦਾ ਇਨਕਮ ਛਪਾਉਂਦਾ ਹੈ, ਜਿਹੜਾ ਬੰਦਾ ਇਨਕਮ ਟੈਕਸ ਦੀ ਚੋਰੀ ਕਰਦਾ ਹੈ, ਉਹ ਤੋਂ ਜਵਾਬ ਮੰਗੇ ਇਨਕਮ ਟੈਕਸ, ਕੋਈ ਇਤਰਾਜ਼ ਨਹੀਂ, ਮੰਗਣਾ ਚਾਹੀਦਾ। ਪਰ ਜੇਕਰ ਇਨਕਮ ਟੈਕਸ, ED ਵਰਗੀਆਂ, CBI ਵਰਗੀਆਂ ਸੰਸਥਾਵਾਂ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਕਿਸਾਨੀ ਸੰਘਰਸ਼ ਨੂੰ ਦਬਾਉਣ ਵਾਸਤੇ ਇਹੋ ਜਿਹੇ ਘਟੀਆ ਕੰਮ ਕਰਨ ਲੱਗੀਆਂ ਨੇ ਤਾਂ ਇਤਰਾਜ਼ ਹੈ।
ਉਹੀ ਇਤਰਾਜ਼ ਕੀਤਾ ਆੜਤੀਆਂ ਨੇ। ਅਸੀਂ ਨਹੀਂ ਕਹਿੰਦਾ, ਜੇ ਕਿਸਾਨੀ ਸੰਘਰਸ਼ ਚੱਲ ਰਿਹਾ ਇੱਕ ਪਾਸੇ, ਤੁਸੀਂ ਸਾਡੇ ਉੱਤੇ ਇਹ ਹੁਣ ਇਨਕਮ ਟੈਕਸ ਭੇਜ ਰਹੇ ਹੋ, ਈਡੀ ਭੇਜ ਰਹੇ ਹੋ, CBI ਭੇਜ ਰਹੇ ਹੋ, ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਆ। ਇਹ ਗੱਲ ਸਹੀ ਵੀ ਆ, ਅਸੀਂ ਵੀ ਇਹ ਗੱਲ ਇਸ ਗੱਲ ਤੋਂ ਕਹਿੰਦੇ ਹਾਂ ਵੀ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਹਾਂ, ਪਹਿਲਾਂ ਛਾਪੇ ਤੁਸੀਂ ਮਾਰਦੇ ਇਨਕਮ ਟੈਕਸ ਵਾਲੇ ਆੜਤੀਆਂ ਦੇ ਉੱਪਰ, ਕੋਈ ਹਰਜ ਨਹੀਂ ਸੀਗਾ। ਹੁਣ ਛਾਪੇ ਤੁਸੀਂ ਮਾਰ ਰਹੇ ਹੋ, ਇਹਦਾ ਮਤਲਬ ਪ੍ਰੋਬਲਮ ਆ। ਹੁਣ ਤੁਸੀਂ ਛਾਪੇ ਮਾਰ ਰਹੇ ਹੋ ਕਲਾਕਾਰਾਂ ਦੇ ਉੱਤੇ। ਬਿਲਕੁਲ। ਰਣਜੀਤ ਬਾਵਾ ਹੈਗਾ, ਬਾਵੇ ਨੂੰ ਈਡੀ ਨੇ ਘੇਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਉਹਨੇ ਪੰਜਾਬ ਲੋਕ ਗੀਤ ਗਾਇਆ, ਪੰਜਾਬ ਬੋਲਦਾ, ਉਹਨਾਂ ਨੇ ਪੰਜਾਬ ਬੋਲਦਾ ਗੀਤ ਗਾਇਆ ਉਹਨੇ। ਉਹ ਬੜਾ ਅੱਛਾ ਗੀਤ ਆ, ਉਹਦੇ ਕੁਝ ਪੁਆਇੰਟ ਮੈਂ ਵੀ ਸੁਣਿਆ, ਬੜਾ ਅੱਛਾ ਗੀਤ ਹੈਗਾ। ਉਸ ਤੋਂ ਪਹਿਲਾਂ ਉਹਨੇ ਗਾਇਆ ਸੀਗਾ ਵੀ ਕੈਸੀ ਤੇਰੀ ਬੁੱਧ ਆ, ਹੈ ਜੀ, ਅਤੇ ਜਿਹੜਾ ਗਰੀਬੜੇ ਦੀ ਸ਼ੋਅ ਮਾਰੀ ਗਊ ਦਾ ਮੂਤ ਸ਼ੁੱਧ ਆ, ਇੱਦਾਂ ਕੁਛ ਉਹਦੀ ਫਿਰ ਬੜਾ ਚਰਚਾ ਹੋਇਆ ਸੀਗਾ, ਵਿਵਾਦ ਖੜਾ ਹੋ ਗਿਆ ਸੀ, ਜਦ ਕਿ ਉਹ ਵੀ ਗੀਤ ਸਹੀ ਸੀਗਾ। ਇਹ ਲੋਕ ਕਲਾਕਾਰਾਂ ਨੂੰ, ਪੱਤਰਕਾਰਾਂ ਨੂੰ, ਆੜਤੀਆਂ ਨੂੰ, ਡਾਕਟਰਾਂ ਨੂੰ, ਵਕੀਲਾਂ ਨੂੰ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ। ਸ਼ਾਮ ਗੱਲਬਾਤ ਨਾਲ, ਦਾਮ ਪੈਸੇ ਨਾਲ, ਸ਼ਾਮ ਦਾਮ ਦੰਡ ਸਜ਼ਾ ਦੇ ਕੇ, ਭੇਦ ਇੱਕ ਦੂਜੇ ਨੂੰ ਲੜਾ ਕੇ ਆਪਸ ਵਿੱਚ, ਆਹ ਪਾਕਿਸਤਾਨੀ ਨੇ ਜੀ, ਆਹ ਚੀਨੀ ਨੇ ਜੀ, ਆਹ ਤਾਂ ਕੈਨੇਡਾ ਤੋਂ ਬਾਹਰ ਆ ਗਏ ਜੀ, ਇਹ ਤਾਂ ਆਪਸ 'ਚ ਇਕੱਠੇ ਨਹੀਂ ਹੈਗੇ ਜੀ, ਇਹ ਤਾਂ ਮੁਸਲਮਾਨ ਨੇ ਜੀ, ਇਹ ਤਾਂ ਹਿੰਦੂ ਨੇ। ਇਹ ਭੇਦ ਹੁੰਦਾ ਵੀ ਇੱਕ ਦੂਜੇ ਨੂੰ ਲੜਾਉਣਾ। ਇਹ ਸਰਕਾਰ ਇੱਦਾਂ ਦੇ ਕੰਮ ਕਰ ਰਹੀ ਆ। ਤੁਸੀਂ ਹੁਣੀ ਗੱਲ ਕੀਤੀ ਕਿ ਰਣਜੀਤ ਬਾਵਾ ਦਾ ਗਾਣਾ ਆਇਆ ਪੰਜਾਬ ਬੋਲਦਾ, ਉਸ ਵਿੱਚ ਮੈਨੇ ਵੀ ਸੁਣਿਆ ਬਹੁਤ ਖਰੀਆਂ ਤੇ ਕੁਝ ਚੰਗੀਆਂ ਗੱਲਾਂ ਕੀਤੀਆਂ ਗਈਆਂ ਨੇ, ਜਿਹੜੀਆਂ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਹਜਮ ਨਹੀਂ ਹੋਈਆਂ। ਇਸ ਦੇ ਨਾਲ ਕਿਸਾਨੀ ਅੰਦੋਲਨ ਨਾਲ ਹੋਰ ਵੀ ਬਹੁਤ ਗਾਣੇ ਆਏ ਨੇ ਜਿਹੜੇ ਲੋਕਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ। ਪਰ ਜਦੋਂ ਕੋਈ ਵੀ ਇੱਦਾਂ ਦਾ ਗੀਤ ਕੋਈ ਗੀਤਕਾਰ ਕੱਢਦਾ ਹੈ, ਠੀਕ ਹੈ, ਉਸ ਨੂੰ ਕਿਤੇ ਨਾ ਕਿਤੇ ਬੈਨ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਸ ਵਿੱਚ ਸਰਕਾਰਾਂ ਲਈ ਬੋਲਿਆ ਗਿਆ ਹੁੰਦਾ, ਸੱਚੀਆਂ ਗੱਲਾਂ ਕੀਤੀਆਂ ਗਈਆਂ ਹੁੰਦੀਆਂ। ਪਰ ਉਹੀ ਸਰਕਾਰ ਜਦੋਂ ਕੋਈ ਅਸੀਂ ਦੇਖਦੇ ਹਾਂ ਕਿ ਇੱਦਾਂ ਦਾ ਗਾਣਾ ਹੁੰਦਾ, ਹਥਿਆਰਾਂ ਨੂੰ ਪ੍ਰਮੋਟ ਕਰੇ, ਕੋਈ ਹੋਰ ਇੱਦਾਂ ਦੀ ਚੀਜ਼ ਨੂੰ ਪ੍ਰਮੋਟ ਕਰੇ ਜੋ ਚੰਗਾ ਨਹੀਂ ਹੈ, ਉਸ ਨੂੰ ਤਾਂ ਸਰਕਾਰ ਮਿੰਟ 'ਚ ਬੈਨ ਕਰ ਦਿੰਦੀ ਹੈ, ਠੀਕ ਹੈ ਜੀ। ਉਹ ਵੀ ਉਹਨਾਂ ਲਈ ਮਾੜੀ ਹੈ। ਜੋ ਸਰਕਾਰਾਂ ਦੇ ਖਿਲਾਫ ਬੋਲਿਆ ਗਿਆ ਉਹ ਵੀ ਮਾੜਾ ਹੈ। ਮਤਲਬ ਸਰਕਾਰ ਨੂੰ ਸੱਚ ਸੁਣਨ ਦੀ ਵੀ ਉਹ ਨਹੀਂ ਹੈਗੀ ਕਿ ਹਾਂ ਉਹ ਸੱਚ ਵੀ ਸੁਣ ਪਾਵੇ ਆਪਣੇ ਪ੍ਰਤੀ। ਬੈਨ ਤੁਸੀਂ ਕਿੰਨਾ ਕਰ ਲਓਗੇ? ਕੌਮ ਦੇ ਹੀਰੇ ਫਿਲਮ ਆਈ ਸੀਗੀ, ਉਹ ਜਿਹੜਾ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਸਿੰਘਾਂ ਨੇ, ਉਸ ਸੰਬੰਧ ਵਿੱਚ ਫਿਲਮ ਸੀਗੀ। ਉਹ ਇੱਥੋਂ ਬਥੇਰੀ ਬੈਨ ਕਰਤੀ ਆ, ਦਿੱਤਾ ਨਹੀਂ ਗਾ ਉਹਨੂੰ ਸਰਟੀਫਿਕੇਟ ਪੰਜਾਬ 'ਚ, ਇੰਡੀਆ ਚੱਲੀ ਨਹੀਂ ਗਈ, ਉੱਪਰ ਬਾਹਰ ਚੱਲ ਗਈ ਬਹੁਤ ਜ਼ਿਆਦਾ, ਬੜਾ ਪੈਸਾ ਕਮਾ ਲਿਆ ਉਹਨੇ, ਰਾਜ ਕਾਕੜੇ ਨੇ, ਅਤੇ ਉਹਨਾਂ ਨੇ ਮਤਲਬ ਕਿ ਬੜੇ ਵੱਡੇ ਪੱਧਰ 'ਤੇ ਕੰਮ ਕੀਤੇ ਆ ਸਿੱਖਾਂ ਪ੍ਰਤੀ। ਤੋਂ ਅੱਜ ਕੱਲ੍ਹ ਬੈਨ ਦਾ ਕਲਚਰ ਖਤਮ ਹੋ ਚੁੱਕਿਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਥੇ ਬੈਨ ਤੁਸੀਂ ਕਰ ਦੋਗੇ, ਬਾਹਰ ਚੱਲ ਜੂਗੀ ਉਹ। ਅੱਜ ਕੱਲ੍ਹ ਬੈਨ ਦਾ ਕਲਚਰ ਨਹੀਂ ਰਿਹਾ ਕਿ ਬੈਨ ਹੋ ਜਾਏਗਾ। ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਲੋਕ, ਜਿਵੇਂ ਕਿ ਬਾਵੇ ਦੇ ਉੱਪਰ ਕੇਸ ਦਰਜ ਕਰ ਸਕਦੇ ਆ, ਉਹ ਹੋ ਸਕਦਾ ਇਹ ਕੀਤਾ ਵੀ ਉਹਨਾਂ ਨੇ ਪਿਛਲੇ ਸਮੇਂ ਵਿੱਚ, ਉਹਨਾਂ ਤੇ ਕੇਸ ਵੀ ਦਰਜ ਕੀਤਾ, ਮਤਲਬ ਕੁਝ ਬਣਦੀਆਂ ਕਾਰਵਾਈ ਵੀ ਕੀਤੀਆਂ ਉਹਨਾਂ ਦੇ ਗੀਤਾਂ ਦੇ ਉੱਤੇ। ਚਲੋ ਇਸ ਵਿੱਚ ਜ਼ਿਆਦਾ ਡੂੰਘਾਈ ਤੇ ਨਹੀਂ ਜਾਂਦੇ, ਮਤਲਬ ਕਹਿਣ ਦਾ ਮੇਰੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਹੈ ਸੱਚ ਨਹੀਂ ਸੁਣ ਪਾਉਂਦੀ ਕਿਤੇ ਨਾ ਕਿਤੇ ਆਪਣੇ ਪ੍ਰਤੀ। ਨਹੀਂ, ਬਿਲਕੁਲ ਸੱਚ ਸੁਣਨਾ ਨਾ ਬੜਾ ਔਖਾ ਹੁੰਦਾ। ਬਿਲਕੁਲ। ਕਿਸੇ ਨੂੰ ਨਾ, ਜੇ ਤੁਸੀਂ ਹੁਣ ਪੱਤਰਕਾਰ ਹੈਗੇ ਹੋ, ਜਿਹੜਾ ਪੱਤਰਕਾਰ ਹੁੰਦਾ ਨਾ ਉਹ ਦਿਖਾਉਂਦਾ ਆਇਨਾ ਬਿਲਕੁਲ ਵਿਅਕਤੀ ਨੂੰ ਵੀ ਆਹ ਪਈ ਆਪਣਾ ਸ਼ੀਸ਼ਾ ਦੇਖ, ਤੇਰਾ ਮੂੰਹ ਦੇਖ। ਸ਼ੀਸ਼ਾ ਦੇਖ ਕੇ ਉਹ ਇੰਨਾ ਗੁੱਸਾ ਹੋ ਜਾਵੇ ਵੀ ਉਹਦਾ ਮੂੰਹ ਇੰਨਾ ਕਰੂਰ ਹੋਵੇਗਾ, ਇੰਨਾ ਮਾੜਾ ਹੋਵੇਗਾ, ਉਹ ਗੁੱਸਾ ਕੱਢਦਾ ਪੱਤਰਕਾਰ 'ਤੇ। ਪੱਤਰਕਾਰ 'ਤੇ ਗੁੱਸਾ ਕੱਢਣ ਦੀ ਕੀ ਲੋੜ ਆ ਬਈ? ਤੂੰ ਗੁੱਸਾ ਕੱਢ ਆਪਣੇ ਚਿਹਰੇ 'ਤੇ, ਆਪਣੇ ਕਰਮਾਂ ਦੇ ਉੱਪਰ। ਕੁੜੀ ਸੀਗੀ, ਉਹਨੇ ਸਵਾਲ ਪੁੱਛ ਲਿਆ ਉਹਨੂੰ ਉੱਥੇ, ਉਹਨੂੰ ਡਿੰਪੇ ਨੂੰ, ਜਿਹੜਾ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੀਗਾ, ਉਹਨੇ ਕੈਮਰਾ ਫੜ ਲਿਆ, ਉਹਨੂੰ ਮਾੜਾ ਚੰਗਾ ਬੋਲਣ ਲੱਗ ਪਿਆ। ਉਹ ਤੂੰ ਜੇ ਤੇਰਾ ਚਿਹਰਾ ਹੀ ਇੰਨਾ ਗੰਦਾ ਹੈਗਾ ਭਰਾਵਾ, ਆਪਣੇ ਚਿਹਰੇ ਨੂੰ ਠੀਕ ਕਰ, ਠੀਕ ਹੈ ਨਾ। ਤੂੰ ਕਿ ਸਾਡੀ ਪੱਤਰਕਾਰ ਭੈਣ ਕੁੜੀ, ਸਾਡੀ ਧੀ ਹੈਗੀ ਆ ਉਹ, ਤੂੰ ਉਸ ਕੁੜੀ ਨੂੰ ਸਾਡੇ ਕਿੱਦਾਂ ਤੂੰ ਮਤਲਬ ਕਿ ਇੱਦਾਂ ਬੋਲ ਸਕਦਾ, ਬਕਵਾਸ ਕਰ ਸਕਦਾ? ਸੋ ਇੱਦਾਂ ਇਹਨਾਂ ਦਾ ਦਿਮਾਗੀ ਤਵਾਜ਼ਨ, ਜਦੋਂ ਇਹ ਲੋਕਾਂ ਦੇ ਚਿਹਰੇ ਬੜੇ ਗੰਦੇ ਹੁੰਦੇ ਆ, ਆਪਣਾ ਚਿਹਰਾ ਦੇਖ ਕੇ ਬੜੇ ਦੁਖੀ ਹੁੰਦੇ ਆ। ਪੱਤਰਕਾਰਾਂ ਦਾ ਕੰਮ ਹੁੰਦਾ ਚਿਹਰਾ ਦਿਖਾਉਣਾ। ਬਿਲਕੁਲ ਜੀ। ਕਿਸਾਨਾਂ ਨੂੰ ਜਿਹੜੇ ਟੈਂਟ ਦੀ ਸੁਵਿਧਾ ਮੁਹੱਈਆ ਕਰਾਈ ਜਾ ਰਹੀ ਹੈ, ਉੱਥੇ ਸੌਣ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ, ਕੇਂਦਰ ਸਰਕਾਰ ਨੇ ਉਸ 'ਤੇ ਵੀ ਪੂਰਾ ਜ਼ੋਰ ਲਗਾਇਆ ਹੋਇਆ ਹੈ ਕਿ ਉਹਨਾਂ ਨੂੰ ਇਹ ਮੁਹੱਈਆਵਾਂ ਜਿਹੜੀਆਂ ਸੁਵਿਧਾਵਾਂ ਉੱਥੇ ਤੱਕ ਪ੍ਰੋਵਾਈਡ ਨਾ ਹੋਣ, ਕਿਉਂਕਿ ਕਿਸਾਨਾਂ ਨੇ ਕਿਤੇ ਨਾ ਕਿਤੇ ਐਂ ਲੱਗਦਾ ਕਿ ਗੁੱਜੀ ਸੱਟ ਮਾਰੀ ਹੈ ਕੇਂਦਰ ਸਰਕਾਰ 'ਤੇ। ਕੇਂਦਰ ਸਰਕਾਰ ਪੂਰੀ ਤਰੀਕੇ ਨਾਲ ਹਿੱਲੀ ਪਈ ਹੈ ਇਸ ਸਮੇਂ। ਅਸਲ 'ਚ ਪ੍ਰੇਰਨਾ ਹੁਣ ਨਹੀਂ ਕੁਝ ਹੋ ਸਕਦਾ, ਹੁਣ ਅੱਗੇ ਗੱਲ ਬਹੁਤ ਅੱਗੇ ਲੰਘ ਚੁੱਕੀ ਹੈ। ਕਿਸਾਨਾਂ ਨੂੰ ਜਦ ਹੁਣ ਦੇਖੋ, 2 ਲਫ਼ਜ਼ ਗੱਲ ਕੀਤੇ ਉਹਨਾਂ ਨੇ, ਚਿੱਠੀ ਪਾਈ ਉਹਨਾਂ ਨੇ। ਬਿਲਕੁਲ। ਉਹ ਕਿਸਾਨਾਂ ਨੇ ਕਿਹਾ ਇਹ ਲਵ ਲੈਟਰ ਡਿਪਲੋਮੈਸੀ ਨਹੀਂ ਚੱਲੇਗੀ, ਇਹ ਲਵ ਲੈਟਰ ਡਿਪਲੋਮੈਸੀ ਨਹੀਂ ਚੱਲਣ ਦੇਵਾਂਗੇ। ਤੁਸੀਂ 2 ਟੁਕ ਗੱਲ ਸਾਡੀ ਹੈਗੀ ਆ, ਬਿੱਲ ਵਾਪਸ ਲਓ ਜਾਂ ਬਿੱਲ ਵਾਪਸ ਨਾ ਲਓ। ਬਿੱਲ ਵਾਪਸ ਲਓ, ਅਸੀਂ ਚੱਲ ਜਾਂਦੇ ਹਾਂ ਇੱਥੋਂ, ਨਹੀਂ ਵਾਪਸ ਲੈਂਦੇ ਅਸੀਂ ਇੱਥੇ ਬੈਠੇ ਹਾਂ। ਹੁਣ ਗੱਲ ਇਹ ਨਹੀਂ ਟੈਂਟਾਂ ਨੋਟਾਂ ਨਾਲ ਚੱਲਣੀ। ਕਿੰਨੇ ਟੈਂਟ ਇੱਥੋਂ ਭੇਜ ਦੇਣਗੇ ਪੰਜਾਬ 'ਚੋਂ ਲੋਕ, ਹਰਿਆਣੇ ਦੇ ਲੋਕ ਕਿੰਨੇ ਆਪਣੇ ਕਮਰੇ ਖਾਲੀ ਕਰ ਦੇਣਗੇ। ਆ ਜਾਓ ਸਾਡੇ ਕੋਲ, ਤੁਸੀਂ ਸਾਡੇ ਘਰੇ ਆਓ, ਅਸੀਂ ਬਾਹਰ ਪੈ ਜਾਂਦੇ ਹਾਂ, ਤੁਸੀਂ ਆਓ ਅੰਦਰ। ਪੰਜਾਬ ਸਾਡਾ ਵੱਡਾ ਭਾਈ ਹੈ,
ਅਸੀਂ ਹਰਿਆਣੇ ਵਾਲੇ ਛੋਟੇ ਭਾਈ ਹਾਂ, ਰਾਜਸਥਾਨ ਵਾਲੇ ਕਹਿੰਦੇ ਛੋਟੇ ਭਾਈ ਹਾਂ ਅਸੀਂ। ਕਹਿੰਦੇ ਜੀ ਇਹ ਤਾਂ ਖਾਲਿਸਤਾਨੀ ਆ ਗਏ ਜੀ, ਹਰਿਆਣੇ ਵਾਲੇ, ਰਾਜਸਥਾਨ ਦੇ, ਖਾਲਿਸਤਾਨ ਦੇ, ਉਹ ਸਾਰੇ ਬੰਦੇ ਕਹਿੰਦੇ ਹਾਂ ਅਸੀਂ ਵੀ ਖਾਲਿਸਤਾਨੀ ਹਾਂ। ਜੇ ਖਾਲਿਸਤਾਨੀ ਨੇ, ਜੇਕਰ ਇਹ ਅੱਤਵਾਦੀ ਨੇ, ਇਹ ਸਾਡੇ ਹੱਕਵਾਦੀ ਬੰਦੇ, ਹੱਕ ਮੰਗਣ ਵਾਸਤੇ, ਜੇ ਹੱਕਵਾਦੀ ਬੰਦੇ ਅੱਤਵਾਦੀ ਤੁਹਾਡੇ ਵਾਸਤੇ, ਅਸੀਂ ਵੀ ਅੱਤਵਾਦੀ ਹਾਂ। ਹੁਣ ਪਿੱਛੇ ਮੁੜਨਾ ਬੜਾ ਹੀ ਔਖਾ, ਕਿਸਾਨਾਂ ਨੂੰ ਪਿੱਛੇ ਮੋੜਨਾ ਮਾਮੂਲੀ ਗੱਲ ਨਹੀਂ ਹੈਗੀ। ਹੁਣ ਗੱਲ ਬਹੁਤ ਅੱਗੇ ਲੰਘ ਚੁੱਕੀ ਆ। ਜਿੰਨਾ ਵੀ ਕੇਂਦਰ ਸਰਕਾਰ ਲੇਟ ਕਰ ਰਹੀ ਹੈ ਬਿੱਲ ਵਾਪਸ ਹੋਣ 'ਚ, ਓਨਾ ਹੀ ਕੇਂਦਰ ਸਰਕਾਰ ਦੀਆਂ ਜੜ੍ਹਾਂ ਵਿੱਚ ਤੇਲ ਚੋਇਆ ਜਾ ਰਿਹਾ। ਕਦੇ ਵੀ ਕੁਝ ਵੀ ਹੋ ਸਕਦਾ ਹੈ। ਹਰਿਆਣੇ ਦੀ ਸਰਕਾਰ ਕਦੇ ਵੀ ਡਿੱਗ ਸਕਦੀ ਆ। ਜੇਜੇਪੀ ਨੇ ਸਮਰਥਨ ਵਾਪਸ ਲੈ ਲਿਆ। ਦੇਖੋ 10 ਐਮਐਲਏ ਵਿੱਚੋਂ ਜੇਜੇਪੀ ਦੇ 6 ਬਗਾਵਤ ਕਰ ਗਏ, 4 ਰਹਿ ਗਏ ਆ। 6 ਆਜ਼ਾਦ ਐਮਐਲਏ ਵਿੱਚੋਂ 5 ਐਮਐਲਏ ਇਕੱਠੇ ਹੋ ਗਏ ਆ। 6 ਦੇ 5 11 ਹੋ ਗਏ ਆ। 4 ਐਮਐਲਏ ਹੋਰ ਇੱਧਰ ਇਕੱਠੇ ਹੋ ਕੇ ਆ ਜਾਂਦੇ, ਛੱਡ ਦਿੰਦੇ ਆ ਬੀਜੇਪੀ ਨੂੰ, ਤਾਂ ਬੀਜੇਪੀ ਹਰਿਆਣੇ ਸਰਕਾਰ ਟੁੱਟ ਜਾਂਦੀ ਆ, ਸਰਕਾਰ ਟੁੱਟ ਜਾਂਦੀ ਆ। ਬੜਾ ਵੱਡਾ ਕੁਝ ਹੋਣ ਵਾਲਾ ਭਾਰਤ ਵਿੱਚ। ਇਹ ਮੋਦੀ ਜੀ ਨੂੰ ਲੱਗਿਆ ਸੀ ਵੀ ਮੈਂ ਡਿਕਟੇਟਰ ਹੈਗਾ, ਮੈਂ ਪਿੱਛੇ ਨਹੀਂ ਹਟਦਾ, ਪਰ ਇਹ ਪੰਜਾਬੀ ਨੇ, ਇਹਨਾਂ ਦੇ ਜੁੱਸੇ, ਇਹਨਾਂ ਦਾ ਮਾਦਾ ਬੜਾ ਵੱਡਾ ਹੈਗਾ। ਇਹਨੂੰ ਪਤਾ ਹੀ ਨਹੀਂ ਬਈ 90% ਫਾਂਸੀਆਂ ਆਜ਼ਾਦੀ ਮੌਕੇ ਪੰਜਾਬੀਆਂ ਨੂੰ ਜੁੰਮੀਆਂ ਨੇ। ਇਹਨੂੰ ਪਤਾ ਹੀ ਨਹੀਂ ਕਿ 70% ਤੋਂ ਲੈ ਕੇ 80% ਕਾਲੇ ਪਾਣੀ ਦੇ ਵਿੱਚ ਪੰਜਾਬੀ ਬੈਠੇ ਆ। ਆਪ ਤਾਂ ਭੱਜ ਗਏ ਸੀ ਇਹ ਜਿਹੜੇ ਹੈਗੇ ਆਪਣਾ ਹੈਗੇ ਆ ਮੋਦੀ ਦਾ ਕੁਨਬਾ ਪੁਰਾਣਾ, ਪਤਾ ਭੱਜ ਗਏ ਸੀ, ਮਾਫੀਆਂ ਮੰਗ ਕੇ ਆਪਣਾ ਆਏ ਸੀ ਬਾਹਰ ਅੰਗਰੇਜ਼ਾਂ ਕੋਲੋਂ। ਇਹ ਲੜਾਈ ਜਿਹੜੀ ਚੱਲ ਰਹੀ ਹੈ ਇਸ ਟਾਈਮ ਪ੍ਰੇਰਨਾ, ਇਹ ਕੋਈ ਮਾਮੂਲੀ ਲੜਾਈ ਨਹੀਂ ਹੈਗੀ। ਇਹ ਲੜਾਈ ਹੈਗੀ ਹੈ ਹਿੰਦ ਤੇ ਸੰਘ ਦੀ। ਹਿੰਦ ਤੇ ਸੰਘ। ਹਿੰਦ ਕੌਣ ਹੈ? ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ, ਸਾਰੇ ਜਾਤਾਂ, 4-5 ਜਾਤਾਂ, ਹਿੰਦ ਇਹ ਆ। ਸੰਘ ਕੌਣ ਆ? ਸਿਰਫ ਹਿੰਦੂਤਵਾ, ਜਿਹੜਾ ਕਹਿੰਦੇ ਆ ਸਾਰਾ ਭਾਰਤ ਹੀ ਹਿੰਦੂ ਹੈ, 130 ਕਰੋੜ ਲੋਕ ਹੀ ਹਿੰਦੂ ਆ, ਉਹ ਸੰਘ ਹੈ। ਸੰਘ ਤੇ ਹਿੰਦ ਹੁਣ ਇਹ 2 ਧਿਰਾਂ ਇਕੱਠੀਆਂ ਨੇ। ਇੱਕ ਪਾਸੇ ਪੂਰਾ ਹਿੰਦ ਇਕੱਠਾ ਹੈ, ਇੱਕ ਪਾਸੇ ਇਕੱਲਾ ਸੰਘ ਹੈ। ਸੰਘ ਚਾਹੁੰਦਾ ਹੈ ਸਾਰਾ ਭਾਰਤ ਹਿੰਦੂ ਹੈ, ਤੇ ਹਿੰਦ ਚਾਹੁੰਦੀ ਆ ਨਹੀਂ, ਹਿੰਦ ਨਹੀਂ, ਅਸੀਂ ਸਾਰੇ ਹੀ ਇੱਕ ਫੁਲਵਾੜੀ ਦਾ ਗੁਲਦਸਤਾ ਹੈਗੇ ਆ। ਉਹ ਇਹ ਚਾਹੁੰਦੇ ਆ। ਦੇਖਿਆ ਤੁਸੀਂ ਉੱਤੇ ਧਰਨੇ ਦੇ ਤੁਸੀਂ ਜਾ ਕੇ ਦੇਖੋ, ਪ੍ਰੋਟੈਸਟ ਵਿੱਚ ਇੱਕ ਪਾਸੇ ਮੁਸਲਮਾਨ ਨਮਾਜ਼ ਪੜ੍ਹ ਰਿਹਾ, ਇੱਕ ਪਾਸੇ ਹਿੰਦੂ ਹਨੂੰਮਾਨ ਚਾਲਸਾ ਪੜ੍ਹ ਰਿਹਾ, ਇੱਕ ਪਾਸੇ ਸਿੱਖ ਅਰਦਾਸ ਕਰ ਰਿਹਾ, ਇੱਕ ਪਾਸੇ ਈਸਾਈ ਆਪਣਾ ਗੌੜ ਕਰ ਰਿਹਾ, ਇੱਕ ਪਾਸੇ ਉੱਥੇ ਰਵਿਦਾਸ ਕਿਹਾ ਜਾ ਰਿਹਾ, ਇੱਕ ਪਾਸੇ ਵਾਲਮੀਕ ਕਿਹਾ ਜਾ ਰਿਹਾ, ਇੱਕ ਪਾਸੇ ਧੰਨਾ ਭਗਤਾ ਉੱਥੇ, ਇੱਕ ਪਾਸੇ ਕਬੀਰ ਹੈਗਾ, ਗੁਰੂ ਨਾਨਕ ਪਾਤਸ਼ਾਹ ਹੈਗੇ ਆ, ਇੱਕ ਪਾਸੇ ਸ਼੍ਰੀ ਰਾਮ ਹੈਗੇ ਆ, ਇੱਕ ਪਾਸੇ ਸਾਡੇ ਈਸਾ ਮਸੀਹ ਹੈਗੇ ਆ, ਇੱਕ ਪਾਸੇ ਅੱਲਾ ਮੀਆਂ ਹੈਗੇ ਆ। ਹਰ ਤਰ੍ਹਾਂ ਦਾ ਗੁਲਦਸਤਾ ਉਸ ਧਰਨੇ ਤੋਂ ਸਾਨੂੰ ਮਿਲਦਾ ਹੈ। ਕਿਉਂ ਮਿਲਦਾ? ਕਿਉਂਕਿ ਹਿੰਦ ਹੈ, ਇਹ ਸਾਡਾ ਭਾਰਤ ਹੈ। ਉਹ ਸਾਡੇ ਭਾਰਤ ਦਾ ਸੰਘਰਸ਼ ਸੰਘ ਨਾਲ ਹੈ। ਇਹ ਕੋਈ ਮੂਲੀ ਗੱਲ ਨਹੀਂ ਹੈਗੀ। ਹੁਣ ਜਿਹੜੇ ਨੇ ਭਾਰਤ ਦੇ ਲੋਕ ਇੱਕ ਭਾਰਤ ਵਾਸੀ ਹੋ ਕੇ ਸੋਚ ਰਹੇ ਨੇ, ਉਹ ਕਿਸੇ ਵੀ ਇਸ ਧਰਨੇ ਦੇ ਦੌਰਾਨ ਉਹ ਇਹ ਨਹੀਂ ਸੋਚ ਰਹੇ ਸੀ ਇਸ ਕੌਮ ਤੋਂ ਬਿਲੋਂਗ ਕਰਦੇ ਆ, ਉਸ ਧਰਮ ਤੋਂ ਬਹੁਤ ਚੰਗੀ ਜਿਹੜੀ ਇਕਜੁੱਟਤਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ ਇਸ ਸਮੇਂ ਧਰਨੇ ਦੇ ਨਾਲ। ਇਕਜੁੱਟਤਾ ਤਾਂ ਕਰਨੀ ਪੈਣੀ ਆ ਨਾ। ਹੁਣ ਜੇਕਰ ਇੱਕ ਬੰਦਾ ਹੁਣ ਹੈਗਾ, ਹੁਣ ਕਹਿੰਦੇ ਨਾ ਜੀ ਇੱਕ ਘਰ ਦੇ ਵਿੱਚ ਇੱਕ ਚੂਹਾ ਸੀਗਾ, ਚੂਹਾ ਰਹਿੰਦਾ ਸੀਗਾ ਖੁੱਡ ਦੇ ਵਿੱਚ। ਉਹ ਚੂਹੇ ਨੂੰ ਆ ਕੇ ਜਿਹੜਾ ਹੈਗਾ ਉਹ ਦੇਖਿਆ ਹੀ ਪਿੰਜਰਾ ਆ ਗਿਆ ਮੇਰੇ ਵਾਸਤੇ। ਉਹ ਕਹਿੰਦੇ ਪਿੰਜਰਾ ਆ ਗਿਆ। ਉਹਨੇ ਚੂਹਾ ਗਿਆ ਉਹਦੇ ਕੋਲੇ, ਮੁਰਗੇ ਕੋਲੇ। ਉਹ ਕਹਿੰਦਾ ਵੀ ਮੁਰਗੇ ਨੂੰ ਕਹਿੰਦਾ ਵੀ ਦੇਖ ਵੀ ਆਪਣਾ ਪਿੰਜਰਾ ਆ ਗਿਆ, ਆਪਾਂ ਚਿੰਤਾ ਕਰੀਏ। ਉਹ ਕਹਿੰਦਾ ਮੈਨੂੰ ਕੀ ਲੈਣਾ, ਪਿੰਜਰਾ ਤੇਰਾ, ਤੂੰ ਜੋ ਮਰਜ਼ੀ ਕਰ ਉੱਥੇ। ਉਹ ਕਹਿੰਦਾ ਅੱਛਾ। ਫਿਰ ਉਹ ਗਿਆ, ਉੱਥੇ ਬੱਕਰਾ ਸੀਗਾ। ਕਹਿੰਦਾ ਬੱਕਰਾ ਵੀ ਮੇਰਾ ਪਿੰਜਰਾ ਆ ਗਿਆ ਇੱਥੇ, ਆਪਾਂ ਕਿੱਦਾਂ? ਕਹਿੰਦਾ ਮੈਂ ਕੀ ਲੈਣਾ ਤੇਰੇ ਪਿੰਜਰੇ ਤੋਂ, ਤੇਰਾ ਪਿੰਜਰਾ, ਤੂੰ ਮਰਜ਼ੀ ਤੂੰ ਦੇਖ, ਮੇਰਾ ਕੰਮ ਨਹੀਂ ਹੈਗਾ ਇਹ। ਤਾਂ ਕੁਦਰਤੀ ਕੀ ਹੋਇਆ ਕਿ ਉਹ ਪਿੰਜਰਾ ਜਦੋਂ ਲਾਇਆ ਉਹਨੇ, ਉਹ ਪਿੰਜਰੇ ਦੇ ਵਿੱਚ ਸੱਪ ਫਸ ਗਿਆ। ਉਹ ਘਰ ਦੀ ਸੀ ਇੱਕ ਔਰਤ, ਉਹਨੇ ਕਿਹਾ ਵੀ ਪਿੰਜਰੇ ਵਿੱਚ ਚੂਹਾ ਫਸ ਗਿਆ। ਉਹਨੇ ਪਿੰਜਰੇ ਵਿੱਚ ਹੱਥ ਪਾਇਆ ਤੇ ਸੱਪ ਨੇ ਡੰਗ ਮਾਰਤਾ। ਸੱਪ ਨੇ ਡੰਗ ਮਾਰਤਾ ਤੇ ਉਸ ਤੋਂ ਬਾਅਦ ਉਹ ਕਿਹਾ ਵੀ ਸੱਪ ਡੰਗ ਮਾਰਤਾ, ਵੀ ਹੁਣ ਉਹਦਾ ਇਲਾਜ ਕਰਨਾ ਪੈਣਾ ਆਪਾਂ ਨੂੰ। ਆਖੇ ਕੀ ਇਲਾਜ ਕਰਨਾ ਪੈਣਾ? ਆਖੇ ਵੀ ਇਹਦਾ ਉਹ ਇਲਾਜ ਕਰਨ ਵਾਸਤੇ ਉਹਨੇ ਫੈਸਲਾ ਕੀਤਾ ਕਿ ਇਹਨੂੰ ਥੋੜ੍ਹੀ ਤਾਕਤ ਦਿਓ, ਮੁਰਗਾ ਵੱਢੋ। ਉਹ ਮੁਰਗਾ ਵੱਢ ਲਿਆ ਉਹਨੇ, ਮੁਰਗਾ ਵੀ ਗਿਆ। ਉਹ ਫਿਰ ਕੇਰ ਕਹਿੰਦਾ ਜੀ ਹੁਣ ਫਿਰ ਬੰਦੇ ਤਾਂ ਦਾਵਤ ਦੇਣੀ ਆ। ਉਹ ਠੀਕ ਹੋ ਗਈ, ਹੁਣ 4 ਬੰਦੇ ਇਕੱਠੇ ਹੋ ਗਏ। ਆਖੇ 10-15 ਬੰਦੇ ਇਕੱਠੇ ਹੋ ਗਏ, ਆ ਗਏ। ਅੱਛਾ ਹੁਣ ਆਖੇ 10-15 ਬੰਦੇ ਨੂੰ ਦਾਵਤ ਦਿਓ, ਬੱਕਰਾ ਵੱਢ ਲਓ। ਉਹ ਵੀ ਗਿਆ ਨਾ। ਜਦੋਂ ਹਰ ਇੱਕ ਇਨਸਾਨ ਇਹ ਸੋਚਦਾ ਹੈ ਕਿ ਸਿਰਫ ਇਹ ਭੀੜ ਤਾਂ ਮੇਰੇ ਗੁਆਂਢੀ ਦੇ ਮੇਰੀ ਨਹੀਂ ਹੈਗੀ, ਇਹਦਾ ਮਤਲਬ ਕੱਲ੍ਹ ਨੂੰ ਉਹਦੇ ਵੀ ਪੈਣੀ ਆ ਭੀੜ। ਇੱਦਾਂ ਨਹੀਂ। ਹੁਣ ਪਹਿਲਾਂ ਜਦੋਂ 370 ਹਟਾਈ ਨਾ ਜੰਮੂ ਕਸ਼ਮੀਰ ਤੋਂ, ਤਾਂ ਪੰਜਾਬੀ ਕਹਿਣ ਲੱਗੇ ਸਿੱਖ ਵੀ ਸਾਡੀ ਕਿਹੜਾ ਭੀੜ ਆ ਕੋਈ, ਇਹ ਤਾਂ ਮੁਸਲਮਾਨ ਦੀ ਭੀੜ ਹੈਗੀ ਆ। ਪਰ ਜਦੋਂ ਹੁਣ ਪੰਜਾਬੀ ਦੀ ਗੱਲ ਪਈ, ਹੁਣ ਲੱਗਿਆ ਪਤਾ ਵੀ ਨਹੀਂ ਇਹ ਸਾਰੇ ਮੁਲਕ ਦੀ ਭੀੜ ਹੈ, ਇਹ ਸਾਰੇ ਮੁਲਕ ਦੀ ਭੀੜ ਆ, ਇਕੱਲੇ ਇਹ ਮੁਸਲਮਾਨਾਂ ਦੀ ਭੀੜ ਨਹੀਂ ਹੈਗੀ ਇਹ।
ਮੋਦੀ ਨੂੰ ਜਿਹੜਾ ਨਰਿੰਦਰ ਮੋਦੀ ਜੀ ਨੂੰ ਉਹਨਾਂ ਨੂੰ ਲੀਜਨ ਆਫ ਮੈਰਿਟ ਦਾ ਅਵਾਰਡ ਦਿੱਤਾ ਗਿਆ ਹੈ। ਇਸ ਸਮੇਂ ਦੇ ਵਿੱਚ ਉਹਨਾਂ ਨੂੰ ਅਵਾਰਡਾਂ ਦੀ ਸੁੱਝ ਰਹੀ ਹੈ। ਜਿਹੜੇ ਕਿਸਾਨ ਠੰਡ ਦੇ ਵਿੱਚ ਸੰਘਰਸ਼ ਕਰ ਰਹੇ ਨੇ ਉਹਨਾਂ ਬਾਰੇ ਕਿਤੇ ਉਹਨਾਂ ਨੂੰ ਕੋਈ ਮਤਲਬ ਲੱਗਦਾ ਨਹੀਂ ਹੈ ਕਿ ਉਹਨਾਂ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਕਿ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਸਾਨਾਂ ਬਾਰੇ ਸੋਚੋ, ਕਿਸਾਨ ਜਿਹੜੇ ਅੰਦੋਲਨ ਕਰ ਰਹੇ ਨੇ ਉਹਨਾਂ ਤੇ ਗੌਰ ਫਰਮਾਈ ਜਾਵੇ ਇਸ ਸਮੇਂ। ਨਹੀਂ, ਇਹ ਅਵਾਰਡ ਦਿਆ ਅਮਰੀਕਾ ਨੇ ਮੋਦੀ ਜੀ ਨੂੰ, ਮੋਦੀ ਜੀ ਨੂੰ ਅਵਾਰਡ ਦਿਆ। ਮੋਦੀ ਜੀ ਨੇ ਅਵਾਰਡ ਨਹੀਂ ਲਿਆ, ਮੋਦੀ ਜੀ ਨੂੰ ਅਵਾਰਡ ਦਿੱਤਾ ਗਿਆ। ਮੋਦੀ ਜੀ ਨੂੰ ਅਵਾਰਡ ਦਿੱਤਾ ਗਿਆ ਕਿ ਬੜਾ ਵਧੀਆ ਬੰਦਾ ਹੈ ਜੀ, ਇਹ ਪੀਸ ਰੱਖਣ ਵਾਲਾ ਬੰਦਾ ਜੀ, ਇਹ ਬਹੁਤ ਚੰਗਾ ਬੰਦਾ ਜੀ, ਬੜਾ ਅੱਛਾ। ਕਿਹਨੇ ਦਿੱਤਾ? ਡੋਨਲਡ ਟਰੰਪ ਨੇ। ਡੋਨਲਡ ਟਰੰਪ ਉਹਦਾ ਮਿੱਤਰ ਹੈ, ਦੋਵਾਂ ਦੀ ਸਾਂਝੀ ਵਾਲਤਾ। ਡੋਨਲਡ ਟਰੰਪ ਕਹਿੰਦਾ ਮੇਰੇ ਵਰਗਾ ਹੀ ਹੈ ਮੋਦੀ ਵੀ, ਉਹ ਵੀ ਇੱਦਾਂ ਹੀ ਕੀਤਾ ਅਮਰੀਕਾ 'ਚ। ਉਹਨੇ ਕੀ ਹਾਲ ਹੋਇਆ ਉਹਦਾ? ਲੋਕਾਂ ਨੂੰ ਸੱਟ ਕੇ ਪਰਾਂ ਮਾਰਿਆ ਭਗਾ ਕੇ, ਠੀਕ ਹੈ ਨਾ ਜੀ। ਅਤੇ ਉਹ ਹੁਣ ਮੋਦੀ ਜੀ ਨੂੰ ਅਵਾਰਡ ਦਿੱਤਾ ਗਿਆ। ਅਵਾਰਡ ਲੈਣ ਉਹਦੇ ਬੰਦੇ ਗਏ, ਮੋਦੀ ਜੀ ਆਪ ਨਹੀਂ ਗਏ। ਬਿਲਕੁਲ। ਇਸ ਮੌਕੇ ਮੋਦੀ ਜੀ ਨੂੰ ਅਵਾਰਡ ਦੇਣ ਦਾ ਮਤਲਬ ਹੈ ਡੋਨਲਡ ਟਰੰਪ ਆਪਣਾ ਕੀਤੇ ਹੋਏ ਅਹਿਸਾਨ ਤਾਰ ਰਿਹਾ। ਇਸ ਟਾਈਮ ਅਵਾਰਡ ਦੇਣ ਦਾ ਮਤਲਬ ਹੈ ਕਿ ਉਹ ਕਿਸਾਨੀ ਸੰਘਰਸ਼ ਨੂੰ ਤਾਰ ਪੀਡੋ ਕਰਨਾ ਚਾਹੁੰਦਾ। ਬੜੀ ਸਮਝਣ ਵਾਲੀ ਗੱਲ ਆ ਇਹ, ਜਿਹੜੇ ਸਾਡੇ ਦਰਸ਼ਕ ਸੁਣ ਰਹੇ ਆ, ਕਿ ਇਹ ਜਿਹੜਾ ਕਿਸਾਨੀ ਬਿੱਲ ਲੈ ਕੇ ਆਏ ਨੇ, ਇਹ ਬਿੱਲ ਕੋਈ ਮਾਮੂਲੀ ਗੱਲ ਨਹੀਂ ਵੀ ਇੱਕ ਦਿਨ 'ਚ ਪਾ। WTO ਵਿਸ਼ਵ ਵਪਾਰ ਸੰਸਥਾ ਹੈਗੀ ਆ, ਉਸ ਵੱਲੋਂ ਵਿਸ਼ਵ ਪੱਧਰ 'ਤੇ ਖੇਤੀਬਾੜੀ ਨੂੰ ਆਪਣੇ ਕਬਜ਼ੇ 'ਚ ਕਰਨ ਬਾਅਦ ਤੁਸੀਂ ਦੇਖਿਆ ਹੋਣਾ ਨਾ ਕਿ ਝਰਨੇ ਵਿੱਚੋਂ ਪਾਣੀ ਕੱਢਦੇ ਆ, ਸਾਫ਼ ਕਰਦੇ ਆ, 20 ਰੁਪਏ ਦੀ ਬੋਤਲ ਦਿੰਦੇ ਆ। ਉਹ ਸਮੁੰਦਰ 'ਚੋਂ ਨਮਕ ਕੱਢਦੇ ਆ, ਸਾਫ਼ ਕਰਦੇ ਆ, ਅਤੇ ਉਹ ਸਮੁੰਦਰ ਦਾ ਨਮਕ ਤੁਹਾਨੂੰ 30 ਰੁਪਏ ਇੱਕ ਥੈਲੀ ਮਿਲਦੀ ਹੈ, ਅੱਧਾ ਕਿਲੋ ਤੁਹਾਨੂੰ ਮਿਲਦਾ 30 ਰੁਪਏ ਦਾ। ਇੱਦਾਂ ਹੀ ਉਹ ਲੈਂਦੇ ਆ ਇਹ ਛੱਲੀ ਕਣਕ ਮੱਕੀ ਦੀ, ਜਿਹਨੂੰ ਭੁੱਟਾ ਕਹਿੰਦੇ ਆ, ਕੀ ਕਹਿੰਦੇ ਆ ਉਹ, ਛੱਲੀ ਨੂੰ ਮਾੜਾ ਜਿਹਾ ਉਹਨੂੰ ਸੇਕਦੇ ਆ, ਪੈਕ ਕਰਦੇ ਆ। ਰਿਲਾਇੰਸ ਦੇ ਉਹਦੇ ਵਿੱਚ ਆ ਗਿਆ ਉਹ ਸ਼ੋਅਰੂਮ ਦੇ ਵਿੱਚ, ਤਾਂ ਉਹ ਛੱਲੀ ਕਿੰਨੇ ਦੀ ਹੋ ਗਈ? 80 ਰੁਪਏ ਦੀ। ਉੱਪਰ MRP ਆ ਗਿਆ 80 ਰੁਪਏ। ਉਸ ਤੋਂ ਬਾਅਦ ਗੰਨੇ ਦੀ ਘੰਡੇਰੀਆਂ ਹੈਗੀਆਂ, ਗੰਨੇ ਦੀ ਘੰਡੇਰੀਆਂ ਤੁਸੀਂ ਛਿੱਲੀਆਂ 700 ਗ੍ਰਾਮ ਛਿੱਲ ਕੇ ਘੰਡੇਰੀਆਂ ਪੈਕਟ 'ਚ ਬੰਦ ਕੀਤੀ, ਉੱਪਰ ਲੱਗਿਆ ਮੋਹਰ ਰਿਲਾਇੰਸ ਦਾ, ਅਤੇ ਨਾਲ ਲਿਖਦਾ MRP 130 ਰੁਪਏ 700 ਗ੍ਰਾਮ। ਗੰਨਾ ਹੈਗਾ 400 ਰੁਪਏ ਕੁਆਂਟਲ। ਸਿਰਫ 700 ਗ੍ਰਾਮ ਘੰਡੇਰੀ ਕਿੰਨੇ ਦੀ ਆ? 130 ਰੁਪਏ ਦੀ। ਤਾਂ ਤੁਸੀਂ ਜਦੋਂ ਇਹੋ ਜਿਹੀਆਂ ਗੱਲਾਂ ਉਹ ਲੋਕ ਸਾਡੇ ਕੋਲ ਲੈ ਕੇ ਆ ਰਹੇ ਨੇ, ਜਦੋਂ ਇਸ ਸਮਰਥਨ ਦੇ ਵਿੱਚ ਮੋਦੀ ਜੀ ਨੂੰ ਇਹ ਚਾਹੀਦਾ ਸੀਗਾ ਕਿ ਅਸੀਂ ਇਹ ਅਵਾਰਡ ਦੀ ਗੱਲ ਨਾ ਕਰਦੇ ਹੋਏ ਸਗੋਂ ਅੱਗੇ ਵਧੀਏ, ਪਰ ਟਰੰਪ ਨੇ ਉਹਦੇ ਦੋਸਤੀ ਨਿਭਾਈ ਵੀ ਬੰਦੇ ਨੂੰ ਉੱਪਰ ਚੱਕੀਏ। ਵਿਸ਼ਵ ਵਪਾਰ ਦਾ ਮੁੱਦਾ ਹੈਗਾ, ਖੇਤੀ ਨੂੰ ਕਬਜ਼ੇ 'ਚ ਕਰਨਾ ਹੈਗਾ, ਖੇਤੀ ਤੋਂ ਕਮਾਈ ਕਰਨੀ ਹੈਗੀ ਆ, ਅਤੇ ਇਸ ਕਰਕੇ ਲੋੜ ਹੈ ਅੱਜ ਕਿਸਾਨਾਂ ਨੂੰ ਆਪਣੇ ਕਬਜ਼ੇ 'ਚ ਕਰਨ ਦੀ। ਡੋਨਲਡ ਟਰੰਪ ਨੇ ਵਿਸ਼ਵ ਵਪਾਰ ਸੰਸਥਾ ਦੀ ਪੱਕ ਕਰਦਿਆਂ ਉਸ ਨੇ ਉਹਨਾਂ ਨੂੰ ਅਵਾਰਡ ਦਿੱਤਾ ਹੈਗਾ ਮੋਦੀ ਜੀ ਨੇ। ਇਸ ਅਵਾਰਡ ਦੀ ਵੈਲਿਊ ਕੋਈ ਨਹੀਂ ਪੈਣੀ। ਪਹਿਲੀ ਵਾਰ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੋਈ, ਅਮਰੀਕਾ ਬੜਾ ਵੱਡਾ ਮੁਲਕ ਹੈ, ਸਾਰੇ ਵਿਸ਼ਵ ਤੋਂ ਵੱਡਾ ਮੁਲਕ ਹੈ, ਉਸ ਮੁਲਕ ਨੇ ਅਵਾਰਡ ਦਿੱਤਾ ਹੋਵੇ ਰਾਸ਼ਟਰਪਤੀ ਨੇ, ਵਾਈਟ ਹਾਊਸ ਨੇ, ਅਤੇ ਭਾਰਤ ਵਿੱਚ ਕਿਸੇ ਨੇ ਖੁਸ਼ੀ ਨਾ ਮਨਾਈ ਹੋਵੇ। ਪਹਿਲੀ ਵਾਰ ਹੋਇਆ ਨਾ ਇਹ, ਪ੍ਰਧਾਨ ਮੰਤਰੀ ਨੂੰ ਐਡਾ ਵੱਡਾ ਅਵਾਰਡ ਦਿੱਤਾ ਗਿਆ ਹੋਵੇ ਅਤੇ ਭਾਰਤ ਵਿੱਚ ਕਿਸੇ ਨੇ ਉਸ ਅਵਾਰਡ ਦਾ ਢੋਲ ਤੱਕ ਨਾ ਵਜਾਇਆ ਗਿਆ ਹੋਵੇ ਵੀ ਖੁਸ਼ ਤੁਹਾਨੂੰ ਅਵਾਰਡ ਮਿਲ ਗਿਆ। ਕਾਰਨ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਮਨ ਕੀ ਬਾਤ ਹੈ ਨਾ, ਉਹ ਫੇਲ ਹੋ ਚੁੱਕੀ ਆ। ਹੁਣ 27 ਤਰੀਕ ਨੂੰ ਮਨ ਕੀ ਬਾਤ ਕਰਨਗੇ ਮੇਰੇ ਖਿਆਲ 'ਚ ਮੋਦੀ ਜੀ। ਉਹ 27 ਤਰੀਕ ਨੂੰ ਕਿਸਾਨਾਂ ਨੇ ਸੰਘਰਸ਼ ਚਲਾ ਰਹੇ ਨੇ, ਉਹ ਕਿਸਾਨ ਕਹਿੰਦੇ ਆ ਵੀ 27 ਤਰੀਕ ਨੂੰ ਮੋਦੀ ਦੀ ਮਨ ਕੀ ਬਾਤ ਦਾ ਬਾਈਕਾਟ ਕਰੋ। ਮੋਦੀ ਜੀ ਬੋਲਣਗੇ ਮਨ ਕੀ ਬਾਤ, ਤੁਸੀਂ ਵਜਾਓ ਥਾਲੀਆਂ ਉੱਥੇ, ਸੁਣੋ ਨਾ ਉਹਦੀ ਗੱਲ ਮੋਦੀ ਜੀ ਦੀ। ਐਡਾ ਜ਼ਿਆਦਾ ਮੋਦੀ ਜੀ ਨੂੰ ਪਰੇਸ਼ਾਨ ਕਰ ਦਿਓ ਕਿ ਮੋਦੀ ਡਿਸਲਾਈਕ ਹੋ ਜਾਣਾ, ਲਾਈਕ ਕੋਈ ਕਰੇ ਨਾ ਉਹਨੂੰ। ਇਹ ਜਿਹੜਾ ਸੰਦਰਭ ਨਵਾਂ ਪੈਦਾ ਹੋ ਰਿਹਾ ਪ੍ਰੇਰਨਾ, ਇਹ ਭਾਰਤ ਵਿੱਚ ਨਵੀਂ ਰਾਜਨੀਤੀ ਆ ਰਹੀ ਆ। ਉੱਥੇ ਹੀ ਦੂਜੇ ਪਾਸੇ ਬੋਰਿਸ ਜੌਨਸਨ ਨੂੰ ਜਿਹੜਾ ਇਹ ਨਰਿੰਦਰ ਮੋਦੀ ਵੱਲੋਂ ਸੱਦਾ ਪੱਤਰ ਭੇਜਿਆ ਗਿਆ ਕਿ ਉਹ ਰਿਪਬਲਿਕ ਡੇ 'ਤੇ ਇੱਥੇ ਆਉਣ, ਪਰ ਉੱਥੇ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਬੋਰਿਸ ਜੌਨਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਨਾ ਜਾਣ, ਕਿਉਂਕਿ ਜਦੋਂ ਤੱਕ ਜਿਹੜਾ ਕਿਸਾਨੀ ਅੰਦੋਲਨ ਹੈ, ਕਿਸਾਨੀ ਜਿਹੜਾ ਮੋਰਚਾ ਚੱਲਦਾ ਪਿਆ, ਇਹ ਖਤਮ ਨਹੀਂ ਹੋ ਜਾਂਦਾ, ਕਿਉਂਕਿ ਕਿਤੇ ਨਾ ਕਿਤੇ ਐਂ ਲੱਗਦਾ ਕਿ ਬਾਹਰ ਦੀ ਸਰਕਾਰਾਂ ਨੂੰ ਵੀ ਇਸ ਦੇ ਰਿਗਾਰਡਿੰਗ ਦੁੱਖ ਹੈ, ਪਰ ਜਿਹੜੇ ਸਾਡੇ ਨਰਿੰਦਰ ਮੋਦੀ ਨੇ ਉਹ ਇਸ ਗੱਲ 'ਤੇ ਧਿਆਨ ਨਹੀਂ ਦੇ ਪਾ ਰਹੇ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਮਾਨਸਿਕ ਰੋਗੀਆਂ ਦਾ ਜਿਹੜਾ ਕੰਮ ਹੁੰਦਾ ਨਾ ਵੀ ਉਹ ਖੁਰਕ ਹੈ, ਮੇਰੀ ਪਿੱਠ ਤੂੰ ਖੜਕਾ, ਤੂੰ ਮੇਰੀ ਪਿੱਠ ਖੜਕਾ, ਮੈਂ ਤੇਰੀ ਪਿੱਠ ਖੜਕਾਊਂਗਾ, ਇਹ ਕੰਮ ਚੱਲਦਾ ਉਹਨਾਂ ਲੋਕਾਂ ਦਾ, ਜਿਹੜੇ ਬਦਤਮੀਜ਼ ਲੋਕ ਹੁੰਦੇ ਆ। ਉਹਨੂੰ ਬੁਲਾਇਆ ਉੱਥੇ, ਪਰ ਉੱਥੇ ਸਰਕਾਰ ਨੇ ਕਹਿ ਤਾ ਵੀ ਨਾ ਜਾਇਓ ਤੁਸੀਂ, ਉੱਥੇ ਬੜਾ ਵੱਡਾ ਸੰਕਟ ਚੱਲ ਰਿਹਾ, ਬੜਾ ਦੁੱਖ ਚੱਲ ਰਿਹਾ ਉੱਥੇ। ਦੇਖੋ ਬ੍ਰਿਟੇਨ ਦੇ ਵਿੱਚ ਜਿਹੜਾ ਕਿ ਹੈਗਾ ਇੱਕ ਆਫਲਾਈਨ ਸੰਸਥਾ ਹੈਗੀ ਆ, ਉਹ ਸੰਸਥਾ ਨੇ ਕੇਸ ਪਾਇਆ ਉੱਥੇ, ਕਿਹਦੇ ਉੱਪਰ? ਅਰਨਬ ਗੋਸਵਾਮੀ ਦੇ ਉੱਤੇ ਕੇਸ ਪਾਇਆ। ਕਦੋਂ ਪਾਇਆ? 5 ਦਸੰਬਰ 2019 ਦੇ ਵਿੱਚ ਇੱਕ ਉਹਨੇ ਪ੍ਰੋਗਰਾਮ ਚਲਾਇਆ ਸੀਗਾ, ਪੁੱਛਤਾ ਹੈ ਭਾਰਤ ਦੇ ਵਿੱਚ ਪਾਕਿਸਤਾਨ ਦੇ ਬਾਰੇ। ਪਾਕਿਸਤਾਨ ਨੇ ਪ੍ਰੋਗਰਾਮ ਚਲਾਉਣ 'ਤੇ ਕੀ ਕੀਤਾ
ਵੀ ਪਾਕਿਸਤਾਨ ਜਿਹੜਾ ਹੈਗਾ ਉਹ ਅਸੀਂ ਤਾਂ ਜਿਹੜੇ ਸਾਇੰਸਦਾਨ ਪੈਦਾ ਕਰਦੇ ਆ, ਪਾਕਿਸਤਾਨ ਅੱਤਵਾਦੀ ਪੈਦਾ ਕਰਦਾ। ਉਸ ਉੱਤੇ ਬੜਾ ਪਾਕਿਸਤਾਨ ਸਾਰਾ ਅੱਤਵਾਦੀ ਹੈ ਜੀ, ਅੱਤਵਾਦ ਲੋਕ ਨੇ ਜੀ। ਉਹ ਉੱਤੇ ਕੇਸ ਚੱਲਿਆ, ਅਰਨਬ ਗੋਸਵਾਮੀ ਉੱਤੇ 19 ਲੱਖ ਰੁਪਏ ਦਾ ਜੁਰਮਾਨਾ ਲੱਗਿਆ। ਉੱਥੇ ਅਰਨਬ ਗੋਸਵਾਮੀ ਨੂੰ 19 ਲੱਖ ਰੁਪਏ ਜੁਰਮਾਨਾ ਭਰਨਾ ਪੈਣਾ। 19 ਲੱਖ ਜੁਰਮਾਨਾ ਘੱਟ ਹੋ ਸਕਦਾ ਪਰ ਜੁਰਮਾਨਾ ਹੋਇਆ। ਵਿਦੇਸ਼ਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ, ਜਿਵੇਂ ਬ੍ਰਿਟੇਨ ਦੇ ਵਿੱਚ ਜਿਹੜਾ ਲੱਗਦਾ ਸੀਗਾ ਬ੍ਰਿਟੇਨ ਦੇ ਲੋਕ, ਜਿਹੜੇ UK ਦੇ ਲੋਕ ਇੱਥੇ ਪੰਜਾਬ ਵੱਲ, ਭਾਰਤ ਵੱਲ ਆ ਰਹੇ ਨੇ, ਉਹਨਾਂ ਨੇ ਕਰੋਨਾ ਦਾ ਬਹਾਨਾ ਲਾ ਕੇ ਜਿਹੜਾ ਫਲਾਈਟਸ ਹੈਗੀਆਂ ਉਹ ਸਸਪੈਂਡ ਕਰਤੀਆਂ। ਇਸ ਟਾਈਮ ਵਿਸ਼ਵ ਪੱਧਰ ਦੇ ਉੱਤੇ 56 ਮੁਲਕਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ। 56 ਮੁਲਕਾਂ ਵੱਲੋਂ ਕੋਈ ਮਾਮੂਲੀ ਗੱਲ ਨਹੀਂ ਹੁੰਦੀ, ਠੀਕ ਹੈ। 56 ਮੁਲਕਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ, ਜਿਹੜੀ ਕਿ ਹਮਾਇਤ ਅੱਗੇ ਵੱਧ ਰਹੀ ਹੈ। ਅੱਜ 56 ਨੇ, ਕੱਲ੍ਹ 60 ਹੋਣਗੇ, 100 ਹੋਣਗੇ, ਵੀ ਪੂਰਾ ਵਿਸ਼ਵ ਹੋ ਜਾਏਗਾ, ਠੀਕ ਹੈ ਨਾ। ਇਸ ਕਰਕੇ ਇਹ ਕੋਈ ਮਾਮੂਲੀ, ਮੋਦੀ ਜੀ ਇਸ ਨੂੰ ਨਾ ਇੱਦਾਂ ਦੇਖ ਰਹੇ ਆ ਜਿੱਦਾਂ ਨਾ ਕਬੂਤਰ ਬੈਠਾ ਹੁੰਦਾ ਸਾਹਮਣੇ ਕਿਸੇ ਖੁੱਡੇ ਦੇ ਵਿੱਚ, ਅਤੇ ਸਾਹਮਣੇ ਬਿੱਲੀ ਬੈਠੀ ਆ, ਅਤੇ ਕਬੂਤਰ ਅੱਖਾਂ ਮੀਚ ਲੈਂਦਾ ਵੀ ਮੈਨੂੰ ਬਿੱਲੀ ਨੇ ਕੀ ਕਹਿਣਾ, ਪਰ ਕਬੂਤਰ ਅੱਖਾਂ ਮੀਚ ਕੇ ਕਿੱਦਾਂ ਬਚ ਸਕਦਾ, ਉਹਨੂੰ ਬਿੱਲੀ ਨੇ ਝਪਟ ਲੈਣਾ। ਇਹ ਸੰਘਰਸ਼ ਬਿੱਲੀ ਆ ਉਹਦੇ ਮੋਦੀ ਵਾਸਤੇ, ਇਹਨੇ ਬਿੱਲੀ ਨੇ ਕਿਸਾਨੀ ਸੰਘਰਸ਼ ਨੇ ਝਪਟ ਲੈਣਾ, ਮੋਦੀ ਨੂੰ ਬਖਸ਼ਣਾ ਨਹੀਂ ਹੈਗਾ। ਇਸ ਕਰਕੇ ਇਹ ਜਿੰਨਾ ਛੇਤੀ ਮੋਦੀ ਜੀ ਇਹ ਬਿੱਲਾਂ ਨੂੰ ਖਤਮ ਕਰ ਦੇਣ, ਵਾਪਸ ਲੈ ਲੈਣ, ਉਨਾ ਹੀ ਚੰਗਾ। ਅੱਜ ਆਪਾਂ ਗੱਲ ਕੀਤੀ ਕਿਸਾਨੀ ਅੰਦੋਲਨ ਬਾਰੇ, ਕਿਸਾਨਾਂ ਦੇ ਮੁੱਦਿਆਂ ਬਾਰੇ, ਤੇ ਬਹੁਤ ਹੀ ਚੰਗੀ ਤਰ੍ਹਾਂ ਸਾਨੂੰ ਉਸ 'ਤੇ ਵਿਚਾਰ ਵਿਮਰਸ਼ ਕਰਨ ਦਾ ਅੱਜ ਮੌਕਾ ਮਿਲਿਆ ਸੀ, ਤਾਂ ਅਸੀਂ ਉਸ ਮੌਕੇ ਨੂੰ ਯੂਟੀਲਾਈਜ਼ ਵੀ ਕੀਤਾ। ਹੋਰ ਤਾਂ ਹੋਰ ਜਿਹੜਾ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਕਿਸਾਨੀ ਅੰਦੋਲਨ ਕਦੋਂ ਤੱਕ ਚੱਲੇਗਾ, ਕਿਸਾਨਾਂ ਦਾ ਇਹ ਸੰਘਰਸ਼ ਕਦੋਂ ਤੱਕ ਚੱਲੇਗਾ। ਹੁਣ ਮੈਨੂੰ ਦਿਓ ਇਜਾਜ਼ਤ, ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਧੰਨਵਾਦ। ਜਾਣ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਇਸ ਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਸਾਡੇ ਚੈਨਲ ਨੂੰ ਅਣਖ ਪੰਜਾਬ TV ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ।